सतनाम धन वाहे गुरु साहिब जियो। जो प्राणी ममता तजै लोभ मोह अहंकार। कहो नानक आपन तरੈ औरन लेत उधार। जो प्राणी ममता तजै लोभ मोह अहंकार। कहो नानक आपन तरੈ औरन लेत उधार। वाहिगुरु जी का खालसा वाहिगुरु जी की फतेह। परम सन्मान योग जुगो जुग अटल सतगुरु साहिब श्री गुरु ग्रंथ साहिब सच्चे पातशाह महाराज जी दी पावन पवित्र हाजूरी राही सतगुरु गुरु तेग बहादुर महाराज जी दे 22वें श्लोक का पाठ आप जी ने सरवण किया है। कल जो अमृत बचन असी विचारे सन उस विच सतगुरु गुरु तेग बहादुर जी ने ये 2 बचन कीते। अपनी रसना जुबान नाल परमेश्वर दे गुण गा, अपने कन्ना नाल मालक दी सिफतो सलाह नूं सुण। इन्हां 2 कर्मां नाल ही सच एवे कि तू जमा दे घर नूं नहीं जाएगा। बड़ा स्पष्ट कि जबान दे नाल परमेश्वर की कीर्ति और कन्ना दे द्वारा उस दे नाम नूं कीर्तन नूं सुनना। यही बचन सतगुरु दा सोठ राग विच रे मन राम स्यों कर प्रीत सरवण गोबिंद गुण सुनो अर गाओ रसना गीत। अज सतगुरु की बख्शिश साडे ते कर रहे ने। आओ साध संगत आप जितने भी हजूर दी इस विचार नाल रोज़ाना जुड़े हुए हो, बख्शो आशीष। गुरु तेग बहादुर महाराज आप अपनी कला अपनी बख्शिश वरताओ। सतगुरु अंदर दा टिका भय भावनी शरदा दी दात बख्श के आप ही इस अमृत बचन दी विचार करा लवो। प्यार अदब सहित साध संगत सारे उच्चारण करो जी। सतनाम श्री वाहे गुरु जी। करो बख्शिश फिर उच्चारण करो जी। सतनाम श्री वाहे गुरु जी। सतगुरु गुरु तेग बहादुर महाराज जी ने
ਅੱਜ ਦੇ ਇਸ ਅੰਮ੍ਰਿਤ ਬਚਨ ਦੇ ਅੰਦਰ ਉਸ ਗੁਰਮੁਖ ਮਹਾਂਪੁਰਖ, ਉਸ ਪਵਿੱਤਰ ਆਤਮਾ ਦਾ ਜ਼ਿਕਰ ਕੀਤਾ ਹੈ ਕਿ ਜਿਸ ਨੇ ਆਪਣੇ ਸਵਾਸਾਂ ਦੇ ਚਲਦਿਆਂ ਜ਼ਿੰਦਗੀ ਤੱਕ ਪੂਰੀ ਮੁਕੰਮਲ ਜੀਵਨ ਮਮਤਾ ਤੋਂ ਆਪਣੇ ਆਪ ਨੂੰ ਬਚਾ ਲਿਆ ਤੇ ਉਹ ਆਪ ਤਾਂ ਇਸ ਭਵ ਸਾਗਰ ਤੋਂ ਤਰੇ ਹੀ ਤਰੇ, ਉਹਨਾਂ ਨੇ ਹੋਰਨਾਂ ਜੀਵਾਂ ਨੂੰ ਵੀ ਇਸ ਸੰਸਾਰ ਵਿੱਚ ਡੁੱਬਦਿਆਂ ਹੋਇਆਂ ਕਿਨਾਰੇ ਲਾ ਦਿੱਤਾ। ਅੱਜ ਜੋ ਅੰਮ੍ਰਿਤ ਸ਼ਲੋਕ ਹੈ ਇਹਦੇ ਅੱਖਰੀ ਅਰਥ ਜੋ ਪ੍ਰਾਨੀ ਮਮਤਾ ਤਜੈ, ਜੋ ਦਾ ਲਫ਼ਜ਼ੀ ਅਰਥ ਅਸੀਂ ਸਾਰੇ ਜਾਣਦੇ ਹਾਂ ਜਿਹੜਾ, ਤੇ ਪ੍ਰਾਨੀ ਦਾ ਮਤਲਬ ਹੈ ਪ੍ਰਾਣ ਵਿੱਚ ਜਿਸ ਵਿੱਚ ਚੱਲ ਰਹੇ ਨੇ, ਜਿੰਨੀ ਦੇਰ ਤੱਕ ਉਹਦੇ ਸਵਾਸ ਨੇ ਉਹਦੇ ਪ੍ਰਾਣ ਚੱਲ ਰਹੇ ਨੇ ਸਰੀਰ ਵਿੱਚ। ਮਹਾਰਾਜ ਕਹਿੰਦੇ ਜਿਹੜਾ ਵੀ ਪ੍ਰਾਨੀ ਮਮਤਾ ਤਜੈ, ਮਮਤਾ ਦਾ ਲਫ਼ਜ਼ੀ ਅਰਥ ਹੈ ਮਮਤਵ, ਮਮਤਵ ਤੋਂ ਭਾਵ ਕਿ ਆਪਣਤ, ਮੈਂ ਮੇਰੀ। ਜਿਹੜਾ ਪ੍ਰਾਣੀ ਇਸ ਸੰਸਾਰ ਵਿੱਚ ਰਹਿੰਦਿਆਂ ਪ੍ਰਾਣਾਂ ਦੇ ਚੱਲਦਿਆਂ ਆਪਣਤ ਨੂੰ, ਮੈਂ ਮੇਰੀ ਨੂੰ ਤਿਆਗ ਦਿੰਦਾ ਹੈ, ਤਜੇ ਛੱਡ ਦਿੰਦਾ ਹੈ, ਤੇ ਹੋਰ ਕੀ ਕਰਦਾ ਹੈ? ਲੋਭ, ਮੋਹ, ਅਹੰਕਾਰ, ਲਾਲਚ ਨੂੰ ਤਿਆਗ ਦਿੰਦਾ ਹੈ, ਮੋਹ ਨੂੰ ਤਿਆਗ ਦਿੰਦਾ ਹੈ ਤੇ ਅਹੰਕਾਰ ਨੂੰ ਵੀ ਆਪਣੇ ਅੰਦਰੋਂ ਉਹ ਛੱਡ ਦਿੰਦਾ ਹੈ। ਮਹਾਰਾਜ ਕਹਿ ਰਹੇ ਨੇ ਜੋ ਪ੍ਰਾਨੀ ਮਮਤਾ ਤਜੈ, ਲੋਭ ਮੋਹ ਅਹੰਕਾਰ, ਤੇ ਇਹ ਫਿਰ ਕਰਦਾ ਕਿ ਕਹੋ ਨਾਨਕ। ਇਹਦਾ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਬਖਸ਼ਿਸ਼ ਕਰ ਰਹੇ ਨੇ, ਫਰਮਾ ਰਹੇ ਨੇ ਆਪਨ ਤਰੈ। ਉਹ ਪ੍ਰਾਣੀ ਆਪ ਤਾਂ ਤਰਦਾ ਹੀ ਤਰਦਾ ਹੈ, ਆਪਨ ਤਰੈ ਦਾ ਅਰਥ ਆਪ ਤਰਦਾ ਹੈ। ਤੇ ਮਹਾਰਾਜ ਕਹਿੰਦੇ ਨੇ ਔਰ ਨ ਲੇਤ ਉਧਾਰ, ਉਹ ਆਪ ਤਾਂ ਤਰਦਾ ਹੀ ਤਰਦਾ ਹੈ। ਔਰਨ ਦਾ ਅਰਥ ਹੋਰਾਂ ਨੂੰ ਵੀ, ਹੋਰ ਜੀਵਾਂ ਦਾ ਵੀ ਉਧਾਰ ਕਰ ਦਿੰਦਾ ਹੈ। ਆਪ ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋ ਕੇ ਇਹਨਾਂ ਵਕਾਰਾਂ ਤੋਂ ਬਚ ਜਾਂਦਾ ਹੈ। ਤੇ ਜਿਹੜਾ ਉਹਦੀ ਸੋਹਬਤ, ਉਹਦੀ ਸੰਗਤ ਕਰਦਾ ਹੈ, ਸੱਚ ਇਹ ਉਹ ਆਪਣੀ ਇਸ ਬਖਸ਼ੀਸ਼ ਰਾਹੀਂ ਉਹਨਾਂ ਨੇੜੇ ਆਉਣ ਵਾਲਿਆਂ ਨੂੰ ਭਵ ਸਾਗਰ ਤੋਂ ਤਾਰ ਦਿੰਦਾ ਹੈ। ਇਹ ਹੈ ਸਤਿਗੁਰੂ ਦੇ ਇਸ ਅੰਮ੍ਰਿਤ ਸ਼ਲੋਕ ਦੇ ਆਖਰੀ ਅਰਥ। ਹੁਣ ਇਸ ਦੀ ਵਿਚਾਰ ਹੈ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਕੁਝ ਸ਼ਲੋਕ ਐਸੇ ਨੇ ਜਿਹੜੇ ਇੱਕ ਵਿਚਾਰ ਦੀ ਵਾਰ-ਵਾਰ ਆ ਰਹੇ ਨੇ। ਅੱਜ ਮਾਨਸੀ ਸਤਿਗੁਰਾਂ ਨੇ ਇਸ ਸ਼ਲੋਕ ਵਿੱਚ ਉਸ ਦਾ ਜ਼ਿਕਰ ਕੀਤਾ ਹੈ ਕਿ ਜਿਨ੍ਹਾਂ ਆਪਣੇ ਜਿਉਂਦੇ ਜੀ ਇਸ ਚੀਜ਼ ਨੂੰ ਤਿਆਗ ਦਿੱਤਾ ਹੈ। ਹੁਣ ਸ਼ਬਦ ਹੈ ਜੋ ਪ੍ਰਾਨੀ ਮਮਤਾ ਤਜੈ, ਲੋਭ ਮੋਹ ਅਹੰਕਾਰ, ਤੇ ਮੈਂ ਆਖਰੀ ਅਰਥ ਕੀਤੇ ਨੇ ਮਮਤਾ ਦਾ ਅਰਥ ਹੈ ਆਪਣਤ, ਮੇਰਾ, ਮੇਰੀ। ਜਿਸ ਪ੍ਰਾਣੀ ਨੇ ਆਪਣੇ ਜਿਉਂਦੇ ਜੀ ਇਸ ਬਿਰਤੀ ਦਾ ਤਿਆਗ ਕਰ ਦਿੱਤਾ ਵੀ ਇਹ ਚੀਜ਼ ਮੇਰੀ, ਜਿਵੇਂ ਸਾਡੀ ਅੰਦਰ ਦੀ ਸੁਰ ਦੀ ਪਕੜ ਵੇ, ਕਿਸੇ ਵੀ ਵਸਤੂ ਨੂੰ ਦੇਖ ਕੇ ਇਹ ਮੇਰੀ ਹੈ ਤੇ ਛੱਡਣ ਨੂੰ ਬੰਦੇ ਦਾ ਚਿੱਤ ਨਹੀਂ ਕਰਦਾ। ਮਹਾਰਾਜ ਕਹਿੰਦੇ ਨੇ ਜਿਹੜਾ ਇਨਸਾਨ ਵਿਚਰਦਾ ਸੰਸਾਰ ਵਿੱਚ ਹੈ, ਫਰਜ਼ ਆਪਣੇ ਸਾਰੇ ਅਦਾ ਕਰਦਾ, ਪਰ ਸੱਚ ਇਹ ਵੇ ਉਹ ਆਪਣਤ ਨਹੀਂ ਦਿਖਾ ਰਿਹਾ, ਮੇਰੀ ਮੇਰੀ ਨਹੀਂ ਕਰਦਾ ਪਿਆ। ਉਂਝ ਸਤਿਗੁਰਾਂ ਨੇ ਬਾਣੀ ਵਿੱਚ ਇਹ ਕਿਹਾ ਵੀ ਹੈ ਕਿ ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰੈ ਆਏ। ਇੱਥੇ ਆਪਣਤ ਮੈਂ ਮੇਰੀ ਵਾਲੀ, ਤੇ ਮਹਾਰਾਜ ਅੱਗੇ ਸ਼ਬਦ ਕਹਿ ਰਹੇ ਆ ਤੇ ਅਗਲਾ ਕੰਮ ਕੀ ਕਰੇ? ਜੋ ਪ੍ਰਾਨੀ ਮਮਤਾ ਤਜੈ, ਲੋਭ ਮੋਹ ਅਹੰਕਾਰ। ਹੁਣ ਮਮਤਵ ਨਾਲ ਸਤਿਗੁਰਾਂ ਨੇ 3 ਸ਼ਬਦ ਜੋੜੇ ਆ। ਮੈਂ ਮਮਤਾ ਦੇ ਅਰਥ ਵੀ ਕੀਤੇ। ਲਾਲਚ ਵੀ ਮਮਤਾ ਦਾ ਰੂਪ ਹੈ, ਮੋਹ ਵੀ ਮਮਤਾ ਦਾ ਰੂਪ ਹੈ, ਤੇ ਸਤਿਗੁਰੂ ਕਹਿੰਦੇ ਨੇ ਅਹੰਕਾਰ, ਖੌਮੇ, ਜਿਸ ਨੂੰ ਈਗੋ ਕਹਿੰਦੇ ਆ, ਜਿਸ ਨੇ ਇਹਨਾਂ ਨੂੰ ਤਿਆਗ ਦਿੱਤਾ, ਲਾਲਚ ਨੂੰ ਤਿਆਗ ਦਿੱਤਾ, ਮੋਹ ਨੂੰ ਤਿਆਗ ਦਿੱਤਾ, ਅਹੰਕਾਰ ਨੂੰ ਤਿਆਗ ਦਿੱਤਾ, ਉਹ ਆਪ ਤਰੇਗਾ
ਤੇ ਉਹਦੀ ਸੋਭਤ ਕਰਨ ਵਾਲੇ ਵੀ ਭਵ ਸਾਗਰ ਤੋਂ ਤਰਨਗੇ। ਸਤਿਗੁਰਾਂ ਨੇ ਜਦੋਂ ਇਹ ਅੰਮ੍ਰਿਤ ਬਚਨ ਕਿਹਾ ਤੇ ਮਨ 'ਚ ਖਿਆਲ ਆਇਆ ਕਿ ਕੀ ਉਹ ਸੰਸਾਰੀ ਤੌਰ 'ਤੇ ਇਸ ਕਰਮ ਭੂਮੀ 'ਚ ਕੋਈ ਕਰਮ ਨਹੀਂ ਕਰੇਗਾ? ਜਿਨਨੇ ਤਿਆਗ ਹੀ ਦਿੱਤਾ, ਆਪਣਾ ਤਿਆਗ ਦਿੱਤੀ, ਮੈਂ ਮੇਰੀ ਤਿਆਗ ਦਿੱਤੀ, ਲਾਲਚ ਤਿਆਗ ਦਿੱਤਾ, ਮੋਹ ਤਿਆਗ ਦਿੱਤਾ, ਤੇ ਇਹ ਤਜੈ ਸ਼ਬਦ ਦਾ ਮਤਲਬ ਕੀ? ਉਹ ਸਭ ਕੁਝ ਛੱਡ ਕੇ ਇੱਕ ਪਾਸੇ ਹੋ ਗਿਆ ਕਿ ਇਸ ਕਰਮ ਭੂਮੀ ਵਿੱਚ ਉਹਨੇ ਕੋਈ ਵੀ ਸੰਸਾਰੀ ਕਰਮ ਨਹੀਂ ਕੀਤਾ। ਪਰ ਦੂਜੇ ਪਾਸੇ ਤਾਂ ਗੁਰਮਤਿ ਇਹ ਗੱਲ ਕਹਿੰਦੀ ਹੈ ਕਿ ਜਿੰਨੀ ਦੇਰ ਤੱਕ ਸੰਸਾਰ ਵਿੱਚ ਰਹਿਣਾ ਤੂੰ ਕਰਮ ਜ਼ਰੂਰ ਕਰ, ਸੰਘਰਸ਼ ਜ਼ਰੂਰ ਕਰ। ਤੇ ਗੁਰੂ ਸਾਹਿਬ ਨੇ ਤਾਂ ਆਪਣੀ ਅੰਮ੍ਰਿਤ ਰਚਨਾ ਵਿੱਚ ਇਹ ਗੁਰੂ ਨਾਨਕ ਸਾਹਿਬ ਨੇ ਬਚਨ ਕਿਹਾ, ਕਾਲ ਖਾਏ ਕਿ ਚੱਥੋਂ ਦੇ ਨਾਨਕ ਰਾਹ ਪਛਾਣੈ ਸੇ, ਕਿ ਤੂੰ ਉਦਮ ਕਰ, ਕਾਲ ਕਮਾਈ ਕਰ, ਆਪਣੀ ਕਿਰਤ ਕਰ। ਪਰ ਇੱਥੇ ਜਿਹੜੇ ਇਸ ਸ਼ਬਦ ਨੇ ਲੋਭ, ਮੋਹ ਤੇ ਅਹੰਕਾਰ ਤੇ ਮਮਤਾ, ਕਿਉਂਕਿ ਇਹ ਵੀ ਸੰਸਾਰ ਦੇ ਜਿਹੜੀ ਕਰਮ ਨੇ ਉਹਨਾਂ ਨੂੰ ਅੱਗੇ ਚਲਾਉਣ ਵਿੱਚ ਇਹ ਬਿਰਤੀਆਂ ਕੰਮ ਵੀ ਕਰਦੀਆਂ। ਪਰ ਜਦੋਂ ਪਰਮੇਸ਼ਵਰ ਦੇ ਨਾਮ ਨਾਲ ਕੋਈ ਜੁੜ ਜਾਏ ਇਹ ਸਾਰਾ ਕੁਝ ਚੇਂਜ ਹੋ ਜਾਂਦਾ ਹੈ, ਰਹਿੰਦਾ ਸੰਸਾਰ ਵਿੱਚ ਹੀ ਹੈ। ਮੈਂ ਕੱਲ੍ਹ ਵੀ ਪਰਸੋਂ ਵੀ ਬੇਨਤੀ ਖੌਮੇ ਵਾਲਾ ਜਿਸ ਦਿਨ ਸਬਜੈਕਟ ਸੀ ਉਸ ਦਿਨ ਕੀਤੀ ਸੀ। ਉਹ ਜਿਹੜਾ ਲਾਲਚ ਕਰ ਰਿਹਾ, ਲਾਲਚ ਦਾ ਅਰਥ ਨਾ ਭੱਖ ਨਾ ਅਭੱਖ, ਇਹ ਵੀ ਅੱਗੇ ਸ਼ਬਦ ਆਉਣਾ, ਉਸ ਦਿਨ ਆਪਾਂ ਇਹਦੀ ਖੁੱਲ੍ਹ ਕੇ ਵਿਚਾਰ ਕਰਾਂਗੇ। ਭੱਖ ਅਭੱਖ ਚੰਗਾ ਮੰਦਾ ਨਹੀਂ ਜਾਣਨਾ, ਸਿਰਫ ਅੰਦਰ ਦੀ ਭੁੱਖ ਅੱਗ ਬਲੀ ਜਾਣੀ, ਇਹ ਕੇਵਲ ਮੇਰੇ ਕੋਲ ਹੋਵੇ। ਮਹਾਰਾਜ ਕਹਿੰਦੇ ਨੇ ਉਹਨੇ ਲਾਲਚ ਦੀ ਬਿਰਤੀ ਨੂੰ ਤਿਆਗ ਦਿੱਤਾ, ਚੰਗੇ ਮੰਦੇ ਦੀ ਪਹਿਚਾਣ ਕਰ ਲਈ, ਪਰ ਉਹ ਲਾਲਚ ਨੂੰ ਸੰਤੋਖ ਦਾ ਰੂਪ ਦੇ ਗਿਆ। ਉਹ ਕਰਦਾ ਜ਼ਰੂਰ ਹੈ ਕਾਰ, ਪਰ ਸੱਚ ਇਹ ਵੀ ਸਬਰ ਦੇ ਨਾਲ ਉਹ ਜਿੰਦਾ ਹੈ। ਜਿੰਨਾ ਬੰਦਾ ਲਾਲਚ ਵਿੱਚ ਵਿਚਰਦਾ, ਫਿਰ ਇਸ ਬੇਨਤੀ ਨੂੰ ਸੁਣਿਓ, ਕਿਉਂਕਿ ਇਹ ਵੀ ਤਾਂ ਇੱਕ ਐਨਰਜੀ ਹੈ ਜਿਹੜੀ ਬੰਦੇ ਨੂੰ ਅੱਗੇ ਲੈ ਕੇ ਜਾਂਦੀ ਹੈ। ਪਰ ਜਦੋਂ ਉਸ ਲਾਲਚ ਨੂੰ ਸਬਰ ਵਿੱਚ ਵਰਤ ਕੇ, ਸਬਰ ਦਾ ਅਰਥ ਆਲਸੀ ਨਹੀਂ, ਸਬਰ ਦਾ ਅਰਥ ਵੇਲੜ ਨਹੀਂ, ਸਬਰ ਦਾ ਅਰਥ ਹੈ ਕਿ ਉਹ ਕਰਮਸ਼ੀਲ ਹੈ, ਸੱਚਮੁੱਚ ਉਹ ਚੰਗੇ ਮੰਦੇ ਦੀ ਪਹਿਚਾਣ ਰੱਖਦਾ ਹੈ, ਕਦੀ ਕਿਸੇ ਦਾ ਹੱਕ ਨਹੀਂ ਖੋਹਦਾ, ਕਦੀ ਕਿਸੇ ਨਾਲ ਧੱਕਾ ਨਹੀਂ ਕਰਦਾ। ਜੋ ਪ੍ਰਮਾਤਮਾ ਦਿੰਦਾ ਹੈ, ਇਉਂ ਸ਼ਬਦ ਵਰਤਾਂ ਕਿ 10 ਨਵਾਂ ਦੀ ਕਿਰਤ ਕਰਕੇ ਉਹ ਕਿਸੇ ਵੱਲ ਨਹੀਂ ਦੇਖਦਾ, ਉਹ ਸੰਤੋਖ ਵਿੱਚ ਆਪਣੇ ਘਰ 'ਚ ਬੈਠਾ ਕਰਮ ਕਰਕੇ ਰੋਟੀ ਖਾ ਰਿਹਾ। ਜਿਹਨੂੰ ਇਉਂ ਕਹਾਂ, ਬਾਬਾ ਫਰੀਦ ਸਾਹਿਬ ਦੇ ਅੱਜ ਮੈਂ ਕੁਝ ਬਚਨ ਆਪ ਨਾਲ ਸਾਂਝੇ ਕਰਨੇ। ਉਹਨਾਂ ਦਾ ਇੱਕ ਬਚਨ ਹੈ, ਲਾਲਚੀ ਬੰਦਾ ਜਿੰਨਾ ਮਰਜ਼ੀ ਇਕੱਠਾ ਕਰ ਲੈ, ਪਦਾਰਥ ਇਕੱਠੇ ਕਰ ਲਓ, ਧਨ ਜ਼ਮੀਨ ਭੋਏ ਭਾਂਡਾ ਜੋ ਮਰਜ਼ੀ ਇਕੱਠਾ ਹੋ ਜਾਏ, ਸੱਚ ਇਹ ਵੇ ਉਹ ਇੰਨਾ ਕੁਝ ਇਕੱਠਾ ਕਰਕੇ ਵੀ ਇਸ ਤਰ੍ਹਾਂ ਜਿਵੇਂ ਛੱਪੜ ਸੜਾਂਦ ਮਾਰਦਾ। ਛੱਪੜ ਸ਼ਬਦ ਮੈਂ ਵਰਤਿਆ ਹੈ, ਜਿਹਨੂੰ ਬੰਗਾਲ ਵਿੱਚ ਪੋਖਰ ਕਹਿੰਦੇ ਆ। ਉਹਦੀ ਜ਼ਿੰਦਗੀ ਇਸ ਤਰ੍ਹਾਂ ਹੈ ਕਿ ਜਿਵੇਂ ਛੱਪੜ ਦਾ ਪਾਣੀ ਬਦਬੂ ਮਾਰਦਾ। ਤੇ ਜਿਹੜਾ ਸਬਰ ਵਿੱਚ ਰਹਿਣ ਵਾਲਾ, ਸੱਚ ਇਹ ਵੇ ਜ਼ਮੀਨ 'ਤੇ ਬੈਠ ਕੇ ਨਿਮਰਤਾ ਵਿੱਚ ਜ਼ਿੰਦਗੀ ਬਤੀਤ ਕਰ ਰਿਹਾ ਹੈ। ਜ਼ਮੀਨ 'ਤੇ ਬੈਠਣ ਤੋਂ ਮਤਲਬ ਅੰਦਰੋਂ ਨਿਮਰਤਾ ਵਿੱਚ ਗਏ। ਬਾਬਾ ਫਰੀਦ ਕਹਿੰਦਾ ਹੈ, ਚੇਤੇ ਰੱਖਿਓ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਜਿਹੜਾ ਲਾਲਚ ਕਰਕੇ ਸਭ ਕੁਝ ਕਬਜ਼ਾ ਕਰੀ ਬੈਠਾ ਹੈ, ਉਹਦੇ ਨਾਲੋਂ ਖੁੱਲ੍ਹ ਦਿਲਾ ਬੰਦਾ ਉਹ ਵੇ ਜਿਹਨੂੰ ਰੱਬ ਨੇ ਸਬਰ ਦੀ ਦਾਤ ਦਿੱਤੀ ਹੈ। ਬਾਬਾ ਸਾਹਿਬ ਜੀ ਦਾ ਇੱਕ ਬਚਨ ਹੁੰਦਾ ਹੈ, ਸਬਰ ਇਹੋ ਸੁਆਓ ਜੇ ਤੂੰ ਬੰਦਾ ਦ੍ਰਿੜ ਕਰੇ। ਬਸ ਆਏ ਜਿਹਨੇ ਇਸ ਚੀਜ਼ ਨੂੰ ਤਿਆਗ ਦਿੱਤਾ। ਹੁਣ ਮੈਂ ਸਬਰ ਦੇ ਅਰਥ ਕੇਵਲ ਲਾਲਚ ਨਾਲ ਵੀ ਨਹੀਂ ਕਰਾਂਗਾ। ਜੇ ਸਬਰ ਦੇ ਆਪਾਂ ਅਰਥ ਦੇਖਾਂਗੇ ਤੇ ਇਹ ਹਰ ਇੰਦਰੇ ਤੇ ਟੁਕਣਗੇ। ਸੰਤੋਖ ਦੇ ਲਫ਼ਜ਼ ਕੇਵਲ ਤਾਂ ਕੇਵਲ ਦੌਲਤ ਲਈ ਨਹੀਂ, ਸੰਤੋਖ ਅੱਖਾਂ ਦਾ ਵੀ ਹੈ, ਸੰਤੋਖ ਕੰਨਾਂ ਦਾ ਵੀ ਹੈ, ਸੰਤੋਖ ਜ਼ਬਾਨ ਦਾ ਵੀ ਹੈ, ਸੰਤੋਖ ਸਾਡੇ ਕਰਮਾਂ ਦਾ ਵੀ ਹੈ। ਹਜ਼ੂਰ ਬਚਨ ਕਰ ਰਿਹਾ, ਸਬਰ ਇਹੋ ਸੁਆਓ ਜੇ ਤੂੰ ਬੰਦਾ ਦ੍ਰਿੜ ਕਰੇ। ਜੇ ਤੂੰ ਸਬਰ ਨੂੰ ਦ੍ਰਿੜ ਕਰ ਲੈ, ਵੱਧ ਥੀਵੈ ਦਰਿਆਓ ਟੁੱਟ ਨਾ ਥੀਵੈ ਵਾਹੜਾ। ਇਸ ਬੇਨਤੀ ਨੂੰ ਫਿਰ ਵੱਧ ਥੀਵੈ ਦਰਿਆਓ। ਸਬਰ ਵਾਲੇ ਬੰਦੇ, ਉਹਨਾਂ ਦੀ ਜ਼ਿੰਦਗੀ ਇਸ ਤਰ੍ਹਾਂ ਜਿਵੇਂ ਮਾਨੋ ਇੱਕ ਵਿਸ਼ਾਲ ਦਰਿਆ ਚੱਲਿਆ ਜਾ ਰਿਹਾ ਹੈ। ਤੇ ਸੱਚ ਇਹ ਵੇ ਕਿ ਜਿਹੜੇ ਬੰਦੇ ਤਮੇ ਵਿੱਚ ਨੇ, ਉਹਨਾਂ ਦੀ ਜ਼ਿੰਦਗੀ ਇਸ ਤਰ੍ਹਾਂ ਕਿ ਜਿਵੇਂ ਦਰਿਆ ਤੋਂ ਟੁੱਟ ਕੇ ਇੱਕ ਛੱਪੜ, ਇੱਕ ਵਾੜਾ, ਇੱਕ ਬਦਬੂ ਮਾਰਦਾ ਨਾਲੇ ਦਾ ਪਾਣੀ ਚੱਲਿਆ ਜਾ ਰਿਹਾ। ਇਸੇ ਕਰਕੇ ਜਿਹੜਾ ਸਬਰ ਵਾਲਾ ਹੈ, ਕਰਮ ਤਾਂ ਕਰਦਾ, ਪਰ ਉਹਦੀ ਇਹ ਬਿਰਤੀ ਖਤਮ ਹੋ ਗਈ ਕਿ
अपनी रोटी वाल लोग ध्यान नहीं देंदे, दूजे की थाली देखी जाते। इसे गल नूं गुरु कहंदा जदों अपनी रोटी मूँह च बुरकी पाए, अखां तेरियां दूजे की थाली विच होण, सुरत तेरी ओदी रोटी विच होवे, वो लालच है जो रब ने तेनू दिता अपनी थाली च सुक्का मिस्सा खा रहे हैं, ये सबर है। इसे नूं बाबा साहब ने बचन किया कि रुखी सुखी खाए कै ठंडा पानी पियो, फरीदा देख पराई चोपड़ी ना तरसाए जियो। इत्थे बेनती है उस प्राणी ने ये सब कुछ सबर विच लैंदा, लालच नूं, उसने मोह नूं, उसने हंकार नूं, ये सब कुछ जिस प्राणी ने महाराज कहते ने इनू त्याग दिता, उस बिरती नूं छड्ड दिता। महाराज कहते ने फिर उसदा अंदर संसार विच विचरदा है, कर्मकार करदा है, कर्म करदा है, पर सच ये वे वो कर्म करदा होया इस विच अपनी सुरत नूं चुभन नहीं देंदा। इनू थोड़ा जिहा आओ असीं देखने आ अमृत बाणी विचों। गुरु अर्जुन साहब जी का एक अमृत बचन है जी, उस विच वो कहंदे आ कि लोग अपने अपने ढंग नाल व्याख्या करते हैं, तो अज ये भी मैं बेनती करनी है, हर बंदे दी जिस तरह अंदर दी सोच है उस तरह उस सृष्टि दी संसार दी व्याख्या करता है। जे अपना अंदर मैला है तो चेते रखियो इन्नी अंदर दी मैल भैड़ी है, सकी बेटी अपने बाप नाल जांदी होवे, मैली अंदर मैली सुरत वाला बंदा हकीकत होवे ओदी व्याख्या भी बड़ी मैली करेगा, क्योंकि मन मैल है, सब कुछ मैला। जे अंदर मैला है तो सवाल ही नहीं पैदा हुंदा कि बंदे दियां अखां शुद्ध होणगियां। जे मन मैला है तो कन मैले ने, जे मन मैला है तो जबान मैली है। हुण ये जदों वेखने संसार विच इबादत वाले जिन्हां ने मोह छड्ड दिता, लोभ छड्ड दिता, हंकार छड्ड दिता, तो वो जदों संसार विच विचरदे आ, मान लो वो भी घर च रह रहे आ, बच्चियां च रह रहे आ, संसार विच विचरदे आ, ते कई बारी संसारी बंदे जिहो जी उन्हां दी अपनी सुरत हुंदी है, सच एवे ओहो जी कमाई वालियां दी व्याख्या कर लग पैंदे ने। ये अज नहीं, ये गुरु ग्रंथ साहिब विच एक बचन भी है, नामदेव वो इस अवस्था विच ने, कोई मोह नहीं, कोई लालच नहीं, कोई अहंकार नहीं, पर जदों तरलोचन वेखदा है वो जिहड़ी व्याख्या नामदेव जी दी करदा है, तो उस विच वो स्पष्ट कहंदा कि नामदेव लोग तेनू भगत कहंदे आ, लोग तेनू संत कहंदे आ, लोग तेनू रब दा दास कहंदे आ, पर कहंदा मैं तां ये महसूस करना कि एवें तू परपंच कर रहा, तेरा अंदर ते माया ने ठग लिया, तेरी सुरत तां माया विच खुबी है। तू कदी जो कोई लोग तेनू कहंदे आ कदी इबादत कीती आ? हुण उस बचन कबीर साहब ने गुरु ग्रंथ साहिब विच दर्ज किया। मैं इस करके अज ये थोड़ा जिहा विशा ये चुनिया है कि जिन्ना त्याग दिता उन्हां संसार नहीं त्यागया। इत्थे सतगुरु ने यह नहीं कहा भी वो संसार त्याग गए, इत्थे महाराज कहते हैं जो प्राणी ममता तजै लोभ मोह अहंकार, जिन्हां ने यह त्याग दिता। हुण वो त्यागी जदों संसार विच विचरदा है, सुरत करके उन्हें त्याग्या है, तो लोग उसकी व्याख्या अपने ढंग नाल करदे। नामदेव की व्याख्या तरलोचन ने की, ते बाणी विच बचन ने नामा माया मोहिया। हुण नामदेव उत्ते इस चीज़ का कोई लेप छेप नहीं, पर वह मित्र कह रहे है कि नामदेव नूं माया ने ठग लिया, नामदेव माया विच प्रवृत्त हो गया। नामा माया मोहिया कह तलोचन मीत, मित्र कह रहा, तरलोचन कह रहा, काहे छीपो छैल आराम ना लावो चीत। इन्ना नज़दीकी रहिंदा होया बंदा वो भी व्याख्या करदा पिया कि नामदेव नूं माया ने ठग लिया। ये सारा दिन कपड़े रंगी जाता है, कपड़े सी जाता है, कहन लगे कदी रब दा नाम जपी। हुण जिसने ये ममता त्याग दी, लालच त्याग दिता, हंकार त्याग दिता, वो फिर तरलोचन नूं कहंदा है, कहंदा मैं हंकार च नहीं कहंदा तरलोचन, असल च जिस थां ते मेरी सुरत टिकी है तैनूं ओदी समझ कोई नहीं, इस करके ना समझी करके मेरे जीवन की व्याख्या तू माया भी कर रहा है। उत्थे अगला वचन है कबीर साहब जी का, नामा कहे तलोचना मुख ते राम संभाल, हाथ पाँव कर काम सब चीत निरंजन नाल। आ मैं बेनती आप नूं करनी चाहना, अगे आवेगा सतगुरु का बचन जदों चीत बारे व्याख्या करांगे। हुण इत्थे वे
कि नामदेव कह रहे तरलोचन मुख ते राम संभाल, वो जबान तो परमात्मा का नाम जपिया कर। ते मैं की विचर रहा, कहते ने हाथ पाँव कर काम सब चीत निरंजन नाल। हुण उन्होंने काम नहीं छड्डिया। फिर इस गल नूं सुनियो, ममता त्यागी है, लालच की वृत्ति त्यागी है, अहंकार त्याग दिता है, मोह त्याग दिता है, पर संसार की कार थोड़ा उन्हें त्यागी। उत्थे वो शब्द कह रहे ने कि महाराज जी दी कि नामा कहे तलोचना मुख ते राम संभाल, हाथ पाँव कर काम सब चीत निरंजन नाल। कहते ने मैं कर्म इस धरती ते करना, पर चित्त मेरा संसारियां वाला नहीं, मेरा चित्त जिहड़ा है वो करतार दे चिंतन विच ही लगा है। फिर बेनती इसनूं समझण लई गुरु अर्जुन साहिब दा शब्द जिहड़ा मैं साझा कर लगा कि जिन्हें अंतर आत्मे तो त्याग दिता। हाँ, छल्लां तां बड़ियां इस दियां आउंदियां ने। गुरु अर्जुन साहिब दा बचन है, साच नाम मेरा मन लागा। कहते लोगों मेरी व्याख्या होर ढंग नाल ना करियो, मेरा जिहड़ा मन है वो सच्चे नाम विच लगा होया है। ते जी तुहाडे बच्चे ने, तुहाडा संसार है, ते अगे महाराज कहते लोगन स्यो मेरा ठाठा बागा। ये तो फिर सुनो, साच नाम मेरा मन लागा, मेरा मन सच्चे नाम विच लगा है, पर लोकां नाल जिहड़ा वर्तन व्यवहार है ठाठा बागा है। साच नाम मेरा मन लागा, लोगन स्यो मेरा ठाठा बागा। उत्थे फिर वो बचन कर दे, बाहर सूत सगल स्यों मौला, अलिप तरहूँ जैसे जल में कौला। महाराज देखो सानू समझाते पे, जेड़ा इस बिरती नूं त्याग दिंदा है, इहदा मतलब ये नहीं उन्हें आ माया छड्डी, लाल छड्डिया, लोकां दे घर अगे ठूठा लैके वो मंगता बनेगा। नहीं नहीं, गुरमत इहदी तां व्याख्या कर दी है गहराई विच। महाराज कहंदे ने कि बाहर सूत सगल स्यों मौला, बाहर इंज लगदा जिवें ताणा पेटा नहीं हुंदा, दरियां खेस बिंदे आ, ताणे पेटे की तरह सूत की तरह मैं उलझिया हाँ। पर महाराज कहने अलिप अलिप तरहूँ जैसे जल में कौला। फिर सुनो, बाहर सूत सगल स्यों मौला, बाहर इस तरह जिमें धागा ताना पेटा है, इंज लगता भी ये तो कभी सुरत करके नाम जुड़े ही नहीं। पर महाराज कहते ने अंतर आत्मे मेरा जिहड़ा मन है, मेरी सुरत है, मेरी चितवनी है, इस तरह मैं सारे जंजाल च लेना कि जिमें कमल का फुल पानी विच नरलेप रहिंदा है। साच नाम मेरा मन लागा, लोगन स्यों मेरा ठाठा बागा, बाहर सूत सगल स्यों मौला, अलिप तरहूँ जैसे जल में कौला। अगे महाराज कहते दीस आवत है बहुत प्याला। मैनू कोई वेख के डर लग पैंदा भी ये तो शक्ल डरावनी, ये कोल बैठिया डर लगता है। पर सतगुरु कहते नहीं, ओ भाई सज्जनों ऐसा नहीं, मैं ऐसा नहीं। दीस आवत है बहुत प्याला, सगल चरण की ए मन राला। मेरी शक्ल नूं देख के, मेरे शब्दां नूं देख के गुरु अर्जन साहब समझा रहा सानू, मता समझियो मेरी शक्ल डरावनी भयानक है, पर मेरे अंदर दी सुरत नूं देखो, मैं तां तुहाडे सारियां दे चरनां दी धूड़ हां। मैं फिर बेनती करांगा कि जिन्हें इस बिरती नूं त्याग दिता, महाराज कह रहे ने साच नाम मेरा मन लागा, लोगन स्यों मेरा ठाठा बागा, बाहर सूत सगल स्यों मौला, अलिप तरहूँ जैसे जल में कौला। उद विच एक बचन है, मुख की बात सगल स्यों करता। मैं गल्लां भी करना, हसना भी हाँ, परिवार विच विचरने भी। महाराज कह रहे हैं, कहते मैं संसार विच विचरना, मूँह तो गल्लां भी करना, मुख की बात सगल स्यों करता, जी संग प्रभ अपना धरता। मुख नाल गल्लां करना, पर अंदर जिंद विच अपने परमेश्वर नूं मैं टिकाया होया। फिर कहने दीस आवत है बहुत प्याला, सगल चरण की ए मन राला। मेरा जिहड़ा मन है वो सब दे चरनां दी धूड़ बन के रहिंदा है। मैं आप नूं एक होर बेनती करा, कई बारी वैसे तो इस चीज़ का भी मान नहीं करना चाहिए, मैं सब कुछ त्याग दिता जी। मेरी फिर बेनती ये भी ना फुरना किते बन जाए कि मैं त्यागी हाँ, मैं तो लालच त्याग दिता, मैं तो कदे मेरे नेड़े कभी मोह नहीं आया, मेरे नेड़े हंकार नहीं आया, मैं तो ममता ताई दिती। प्यारिओ ये गल याद रखो, सूझवान विद्वान कहंदे आ संगल भावें लोहे दा होवे ते संगल भावें सोने दा होवे है, दोनों तरीकों नाल ये बंधन ही है। जे मान लो लोहे का संगल किसी के पैरों में लोहे की बेड़ी पा दईए, संगल नाल बंध दईए, तो दूसरे नूं कहिए नहीं नहीं देख
ਇਹਨੂੰ ਲੋਹੇ ਨਾਲ ਬੰਨਿਆ, ਅਸੀਂ ਤੇਰਾ ਸਤਿਕਾਰ ਕਰਨੇ ਆ, ਤੈਨੂੰ ਅਸੀਂ ਸੋਨੇ ਦੀ ਧਾਤ ਦੇ ਬਣੇ ਸੰਗਲ ਨਾਲ ਬੰਨੇ। ਤੇ ਜਿਹੜਾ ਸਿਆਣਾ ਬੰਦਾ ਹੈ ਉਹ ਕਹੇਗਾ, ਉਹ ਭਰਾਵਾ ਭਾਵੇਂ ਤੂੰ ਲੋਹਾ ਇਹਦੇ ਪੈਰਾਂ ਨੂੰ ਬੰਨ, ਲੋਹੇ ਦਾ ਸੰਗਲ ਬੰਨ, ਤੇ ਭਾਵੇਂ ਸੋਨੇ ਦਾ ਬੰਨ, ਲੋਹੇ ਵਾਲਾ ਵੀ ਬੱਝਾ ਰਹਿਣਾ ਹੈ ਤੇ ਸੋਨੇ ਵਾਲਾ ਵੀ ਬੱਝਾ ਰਹਿਣਾ ਹੈ। ਸੱਚ ਇਹ ਵੇ ਕਿ ਕਈ ਵਾਰੀ ਬੰਦਾ ਇਸ ਬੰਧਨ ਵਿੱਚ ਵੱਜ ਜਾਂਦਾ ਹੈ, ਇਹ ਫੁਰਨਾ ਬੰਨ ਲੈਂਦਾ ਹੈ ਕਿ ਮੈਂ ਜਿਹੜਾ ਇਸ ਚੀਜ਼ ਤੋਂ ਮੁਕਤ ਹੋ ਗਿਆ ਵਾਂ, ਤੇ ਜਿਸ ਦਿਨ ਇਹ ਫੁਰਨਾ ਬਣਾਉਂਦਾ ਦੂਜੇ ਦਿਨ ਹੀ ਉਹ 'ਚ ਫਸ ਜਾਂਦਾ ਹੈ। ਉਂਝ ਆਦਮੀ ਨੂੰ ਡੁਲਾਉਣ ਦੇ ਤਰੀਕੇ ਵੀ ਇਹ ਨੇ, ਲਾਲਚ, ਮੋਹ, ਪਦਵੀ, ਇਹ ਸਭ ਕੁਝ ਡੁਲਾਉਣ ਲਈ। ਪਰ ਸਤਿਗੁਰਾਂ ਨੇ ਇੱਕ ਬਖਸ਼ਿਸ਼ ਕੀਤੀ। ਮੈਂ ਕੱਲ੍ਹ ਵੀ ਗੁਰੂ ਨਾਨਕ ਸਾਹਿਬ ਜੀ ਦਾ ਜ਼ਿਕਰ ਕੀਤਾ ਤੇ ਅੱਜ ਵੀ ਮੇਰੇ ਮਨ 'ਚ ਆਇਆ, ਕਈ ਵਾਰੀ ਸਮਾਧੀ ਲਾਉਣ ਵਾਲੇ ਬੰਦੇ ਵੀ, ਕਰਾਮਾਤਾਂ ਵਿੱਚ ਵਿਚਰਦੇ ਬੰਦੇ ਵੀ, ਉਹ ਵੀ ਇਸ ਢੰਗ ਦੇ ਨਾਲ ਪਛਾਣ ਦਾ ਯਤਨ ਕਰਦੇ ਆ ਕਿ ਬੰਦਾ ਲਾਲਚ ਵਿੱਚ ਆ ਕੇ ਆਪਣੇ ਇਰਾਦੇ ਤੋਂ, ਆਪਣੀ ਮੰਜ਼ਿਲ ਤੋਂ, ਆਪਣੇ ਮਨੋਰਥ ਤੋਂ ਥਿੜਕ ਜਾਏ। ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਪਹਿਲੀ ਵਾਰ ਦੇ ਵਿੱਚ ਕੁਝ ਪੌੜੀਆਂ ਦਿੱਤੀਆਂ ਨੇ, ਜਿਸ ਵਿੱਚ ਹਜ਼ੂਰ ਦੇ ਆਗਮਨ ਦਾ ਜ਼ਿਕਰ ਹੈ, ਉਦਾਸੀਆਂ ਦਾ ਥੋੜ੍ਹਾ ਜਿਹਾ ਜ਼ਿਕਰ ਹੈ। ਉਸ ਵਿੱਚ ਕਈ ਥਾਵਾਂ 'ਤੇ ਭਾਈ ਸਾਹਿਬ ਕਾਵਿ ਰੂਪ 'ਚ ਪੌੜੀ ਕਹਿੰਦੇ ਉਸ ਵਿੱਚ ਗੁਰਮਤਿ ਦਾ ਸਿਧਾਂਤ ਵੀ ਦ੍ਰਿੜ ਕਰਾਉਂਦੇ ਆ। ਹਿਸਟਰੀ ਵੀ ਕਹਿ ਜਾਂਦੇ ਆ, ਪਰ ਮੁਕੰਮਲ ਨਹੀਂ ਸਾਰੀ ਹਿਸਟਰੀ, ਕੁਝ ਕੁ ਨਾ ਬਰੀਫ ਜਿਹਾ ਜ਼ਿਕਰ ਕੀਤਾ ਹੈ। ਉਸ ਵਿੱਚ ਮੈਂ ਇੱਕ ਅੱਜ ਪੌੜੀ ਪੜ੍ਹ ਰਿਹਾ ਸਾਂ ਕਿ ਇਹ ਖੇਡ ਇੱਕ ਐਸੀ ਹੈ, ਸੁਰਤ ਨੂੰ ਕਦੀ ਵੀ ਥੜਕਾਉਣ ਵਾਸਤੇ ਕੋਈ ਨਾ ਕੋਈ ਬੰਦਾ ਹੀਲਾ ਸਾਹਮਣੇ ਖੜਾ ਕਰ ਸਕਦਾ ਹੈ। ਗੁਰੂ ਸਾਹਿਬ ਸਿੱਧਾਂ ਨੂੰ ਮਿਲੇ ਆ। ਮੈਂ ਉਹ ਪੌੜੀ ਆਪ ਨਾਲ ਸਾਂਝੀ ਕਰਾਂਗਾ। ਉਸ ਵਿੱਚ ਮੈਂ ਬੇਨਤੀ ਕਰਾਂ, ਕਿਉਂਕਿ ਉਹਨਾਂ ਨੂੰ ਜਿੰਨੇ ਮਿਲਦੇ ਸਨ, ਜਦੋਂ ਕਰਾਮਾਤਾਂ ਨਾਲ ਉਹ ਪਦਾਰਥਕ ਮਾਇਆ ਰਚਦੇ ਸਨ ਜਾਂ ਮਾਇਆ ਰਚ ਦਿੰਦੇ ਸਨ, ਉਹ ਸੱਚਮੁੱਚ ਉਸ ਮਾਇਆ ਵਿੱਚ ਖਚਿਤ ਹੋ ਕੇ ਆਪਣੀ ਸੁਰਤ ਤੋਂ ਡਿੱਗ ਪੈਂਦੇ ਸਨ। ਹਜ਼ੂਰ ਸੱਚੇ ਪਾਤਸ਼ਾਹ ਗਏ ਤੇ ਸਿੱਧਾਂ ਨਾਲ ਗੱਲਬਾਤ ਹੋਈ। ਸਿੱਧ ਬਹੁਤ ਪ੍ਰਭਾਵਿਤ ਹੋਏ। ਜਦੋਂ ਮਹਾਰਾਜ ਜੀ ਨੇ ਹਰ ਸਵਾਲ ਦਾ ਉੱਤਰ ਦਿੱਤਾ, ਉਹਨਾਂ ਨੇ ਜਦੋਂ ਤਰਨ ਦੀ ਗੱਲ ਪੁੱਛੀ, ਭਵ ਸਾਗਰ ਕਿਵੇਂ ਤਰਨਾ ਹੈ, ਬਾਬਾ ਜੀ ਨੇ ਹੱਸ ਕੇ ਕਹਿ ਦਿੱਤਾ, ਅਜੇ ਤੱਕ ਤਾਂ ਤੁਰਨ ਦੇ ਜਾਚ ਨਹੀਂ ਆਈ ਤੇ ਤਰਨ ਦੀ ਜਾਚ ਕਿਤੇ ਸਿੱਖੋਗੇ। ਉਹਨਾਂ ਦੇ ਮਨ 'ਚ ਹੈ ਵੀ ਜਿੰਨੀਆਂ ਇਹ ਗੱਲਾਂ ਕਰ ਰਹੇ ਨੇ, ਜਿਵੇਂ ਮੈਣ ਕੇ ਦੰਤ ਕਿਉਂ ਖਾਈਐ ਸਾਰ, ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਖਾਧਾ ਜਾ ਸਕਦਾ, ਗੁਰੂ ਸਾਹਿਬ ਸਾਰਾ ਉੱਤਰ ਦੇ ਰਹੇ। ਉਹਨਾਂ ਨੇ ਬੜੇ ਪ੍ਰਸ਼ਨ ਸਨ। ਇੱਥੋਂ ਤੱਕ ਜਦੋਂ ਇਹਨਾਂ ਸਵਾਲ ਕੀਤੇ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਭੇਖ ਨਿਵਾਸੀ, ਕਿਸ ਵਖਰ ਕੇ ਤੂੰ ਬਣ ਜਾ ਰੇ, ਕਿਉਂ ਕਰ ਸਾਥ ਲੰਘਾਵੋ ਭਾਰੇ। ਇਹ ਸਵਾਲ ਸੰਸਿੱਧ ਗੋਸ਼ਟ ਵਿੱਚ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਤੁਸੀਂ ਆਪਣਾ ਘਰ ਕਿਉਂ ਤਿਆਗ ਦਿੱਤਾ, ਕਿਸ ਕਾਰਨ ਇਹ ਭੇਖ ਨਿਵਾਸੀ, ਤੇ ਤੁਸੀਂ ਸਾਡੇ ਵਾਲੇ ਕੱਪੜੇ ਭੇਖ ਕਿਉਂ ਪਾ ਲਿਆ, ਕਿਸ ਵਖਰ ਕੇ ਤੂੰ ਬਣ ਜਾ ਰੇ, ਤੁਸੀਂ ਕਿਸ ਚੀਜ਼ ਦਾ ਵਪਾਰ ਕਰਨ ਵਾਲੇ ਹੋ, ਕਿਉਂ ਕਰ ਸਾਥ ਲੰਘਾਵੋ ਪਾਰੇ, ਜਿਹੜਾ ਤੁਹਾਡੀ ਸੰਗਤ ਕਰੇਗਾ ਉਹਦੇ ਪਾਰ ਉਤਾਰੇ ਦਾ ਸਾਧਨ ਕੀ ਹੈ। ਮਹਾਰਾਜ ਅੱਗੋਂ ਉੱਤਰ ਦਿੰਦੇ ਆ। ਹਜ਼ੂਰ ਕਹਿੰਦੇ ਆ, ਤੁਸੀਂ ਪੁੱਛਿਆ ਹੈ ਕਿਸ ਕਾਰਨ ਗ੍ਰਹਿ ਤਜੋ ਉਦਾਸੀ, ਮਹਾਰਾਜ ਕਹਿੰਦੇ ਗੁਰਮੁਖ ਖੋਜਤ ਭੈ ਉਦਾਸੀ। ਇਸ ਬੇਨਤੀ ਸੁਣਿਓ, ਇਹਦਾ ਸਵਾਲ ਹੈ ਕਿਸ ਕਾਰਨ ਗ੍ਰਹਿ ਤਜੋ ਉਦਾਸੀ। ਗੁਰੂ ਜੀ ਕਹਿੰਦੇ ਗੁਰਮੁਖ ਖੋਜਤ ਭੈ ਉਦਾਸੀ। ਮੈਂ ਘਰੋਂ ਤੁਰਿਆ ਵਾਂ ਰੱਬ ਦੀ, ਪਰਮਾਤਮਾ ਦੀ, ਵਾਹਿਗੁਰੂ ਦੀ ਇਬਾਦਤ ਕਰਨ ਵੱਲ ਲੱਭਣ, ਗੁਰਮੁਖ ਜਨਾਂ ਨੂੰ ਲੱਭਣ ਵਾਸਤੇ। ਤੇ ਅਗਲਾ ਗੱਲ ਤੁਸੀਂ ਪੁੱਛਿਆ ਕਿਸ ਕਾਰਨ ਇਹ ਭੇਖ ਨਿਵਾਸੀ। ਮਹਾਰਾਜ ਕਹਿੰਦੇ ਦਰਸ਼ਨ ਕਹਿ ਤਾਈਂ ਭੇਖ ਨਿਵਾਸੀ, ਮੈਂ ਇਸ ਕਰਕੇ ਤੁਹਾਡੇ ਵਰਗੇ ਕੱਪੜੇ ਪਾਏ ਨੇ, ਕੱਪੜਾ ਵੇਖ ਕੇ ਤੁਸੀਂ ਨੇੜੇ ਜਲਦੀ ਆਓਗੇ। ਅੱਗੇ ਮਹਾਰਾਜ ਜੋ ਪੁੱਛਦੇ ਆ, ਤੁਸੀਂ ਪੁੱਛ ਰਹੇ ਹੋ ਕਿ ਕਿਸ ਕਾਰਨ ਗ੍ਰਹਿ ਤਜੋ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵਕਰ ਕੇ ਤੂੰ ਬਣ ਜਾ ਰਹੇ। ਮਹਾਰਾਜ ਕਹਿੰਦੇ ਸਾਚ ਵਕਰ ਕੇ ਖਾਮ ਬਣ ਜਾ ਰਹੇ। ਤੁਸੀਂ ਸਵਾਲ ਕੀਤਾ ਹੈ ਕਿ ਆਪਣੇ ਸਾਥੀਆਂ ਨੂੰ ਪਾਰ ਕਿਵੇਂ ਕਰੋਗੇ, ਕਿਸ ਵਕਰ ਕੇ ਤੂੰ ਬਣ ਜਾ ਰਹੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਮਹਾਰਾਜ ਕਹਿੰਦੇ ਨੇ ਸਾਚ ਵਕਰ ਕੇ ਹਮ ਬਣ ਜਾ ਰਹੇ, ਨਾਨਕ ਗੁਰਮੁਖ ਉਤਰ ਸਪਾਰੇ। ਜਿਹੜਾ ਗੁਰੂ ਦੀ ਗੱਲ ਮੰਨੇਗਾ, ਬਚਨ ਮੰਨੇਗਾ, ਉਹ ਭਵ ਸਾਗਰ ਤੋਂ ਤਰੇਗਾ। ਹੁਣ ਸਿੱਧਾਂ ਨੇ ਸੋਚਿਆ ਵੀ ਇੰਨਾ ਜਵਾਬ, ਹਾਜ਼ਰ ਜਵਾਬ ਤੇ ਕੱਲਾ ਗਾਲੜੀ ਨਹੀਂ, ਕਦੀ ਵੀ ਕੋਈ ਉੱਤਰ ਦਿੰਦਾ ਐ ਰੂਹਾਨੀਅਤ 'ਚ ਭਿੱਜਿਆ ਹੋਇਆ, ਆਪਣੀ ਉਮਰ ਸਿੱਧ ਦੇਖਦੇ ਆ
ਤੇ ਬਾਬਾ ਜੀ ਦੇਖਦੇ ਆ। ਮੈਂ ਬੇਨਤੀ ਕਰ ਰਿਹਾ ਕਿ ਜਿਸ ਦੀ ਸੁਰਤ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਜਾਏ, ਮਹਾਰਾਜ ਕਹਿੰਦੇ ਉਹੀ ਤਾਰਦਾ ਦੂਜੇ ਨੂੰ। ਉੱਥੇ ਫਿਰ ਇੱਕ ਜਿਹੜੀ ਸਿੱਧਾਂ ਦੀ ਮਨ ਚ ਆਈ, ਕਈ ਵਾਰੀ ਯਾਦ ਰੱਖੋ, ਸੱਚ ਬੋਲਣ ਵਾਲਾ, ਜੀਵਨ ਕਮਾਉਣ ਵਾਲਾ, ਇਬਾਦਤ ਵਾਲਾ ਜਦੋਂ ਸੰਸਾਰ 'ਚ ਵਿਚਰਦਾ ਹੈ ਤੇ ਬਹੁ ਗਿਣਤੀ ਧੜੇ ਇਹ ਚਾਹੁੰਦੇ ਆ ਵੀ ਕਿਸੇ ਤਰੀਕੇ ਨਾਲ ਇਹ ਬੰਦਾ ਕਿਤੇ ਸਾਡੀ ਪਾਰਟੀ, ਸਾਡੇ ਧੜੇ 'ਚ ਸ਼ਾਮਲ ਹੋ ਜਾਏ ਨਾ, ਫਿਰ ਵੇਖੋ ਸਾਡੀ ਧੰਨ ਧੰਨ ਹੋ ਜਾਏਗੀ। ਇਹ ਅੱਜ ਇਹ ਇਕੱਲੀ ਰਾਜਨੀਤਿਕ ਸੋਚ ਅੱਜ ਦੀ ਨਹੀਂ, ਇਹ ਪਹਿਲਾਂ ਵੀ ਸੀ। ਤੇ ਇਹ ਸੋਚ ਸਿੱਧਾਂ ਦੀ ਬਾਬੇ ਨਾਨਕ ਦੇ ਪ੍ਰਤੀ ਵੀ ਸੀ ਕਿ ਇੰਨਾ ਹਾਜ਼ਰ ਜਵਾਬ, ਇੰਨਾ ਸਿਆਣਾ, ਇੰਨਾ ਵਿਦਵਾਨ। ਉੱਥੇ ਭਾਈ ਸਾਹਿਬ ਨੇ ਲਿਖਿਆ, ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ। ਮਹਾਰਾਜ ਲਈ ਸ਼ਬਦ ਬਾਲਕਾ ਵਰਤਿਆ। ਸਿੱਧਾਂ ਨੇ ਮਨ 'ਚ ਵਿਚਾਰ ਕੀਤੀ, ਇਹ ਬਾਲਕਾ, ਇਹ ਬੱਚਾ, ਇਹ ਲਫ਼ਜ਼ ਕਹਿੰਦੇ ਸਨ, ਕਿਵੇਂ ਸਾਡੇ ਦਰਸ਼ਨ ਨੂੰ, ਸਾਡੇ ਮਤ ਨੂੰ ਇਹ ਧਾਰਨ ਕਰ ਸਕਦਾ। ਇਹੀ ਬੰਦੇ ਦੀ ਖੌਮੇ ਜੀ ਜਿਹੜੀ ਉਹਨਾਂ ਨਹੀਂ ਉਸ ਵਕਤ ਤਾਂ ਜੀ ਹਉਮੈ ਕਹਿ ਰਹੀ ਸੀ, ਇਹ ਬੱਚਾ ਕਹੇ ਸਾਡੀਆਂ ਉਮਰਾਂ ਇੰਨੀਆਂ ਨੇ, ਇਹਦੇ ਅੱਗੇ ਕਿਉਂ ਝੁਕੀਏ, ਇੱਕ ਕੰਮ ਕਰੋ, ਇਹਨੂੰ ਕਿਉਂ ਨਹੀਂ ਆਪਣੇ ਸ਼ਾਮਲ ਕਰ ਲੈਂਦੇ। ਸਿੱਧੀ ਮੰਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ। ਜੇ ਸਾਡੇ ਜੋਗ ਮਤ ਵਿੱਚ ਆ ਗਿਆ, ਸਾਡੇ ਪੰਥ ਦੀ ਜੈ ਜੈਕਾਰ ਹੋਵੇਗੀ। ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ। ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉੱਠ ਚਾਲਾ। ਮੈਂ ਸਾਖੀ ਦੀ ਬਜਾਏ ਇਹ ਹੈ ਕਾਵਕ ਰੂਪ ਸਾਖੀ। ਇੱਥੇ ਮਹਾਰਾਜ ਜੀ ਨੂੰ ਨਾ ਖੱਪਰ ਦਿੱਤਾ, ਭਾਂਡਾ ਦਿੱਤਾ, ਕਹਿੰਦੇ ਨੇ ਉਬਾਲ ਕੇ ਸਾਹਮਣੇ ਪਹਾੜੀ ਤੋਂ ਜਾਂ ਖੱਪਰ ਪਾਣੀ ਦਾ ਭਰ ਕੇ ਲਿਆ। ਹੁਣ ਦੇਖੋ ਉੱਤੇ ਸੁਰਤ ਦੀ ਪਰਖ ਸੀ, ਕੱਲੀ ਇਹ ਸਾਖੀ ਨਹੀਂ, ਕੱਲੀ ਇਹ ਪੌੜੀ ਨਹੀਂ। ਗੁਰਮੁਖ ਆਪ ਸੁਣ ਰਹੇ ਹੋ, ਬੜੀ ਵਾਰੀ ਸੁਣੀ ਹੋਣੀ। ਹੁਣ ਉੱਥੇ ਸਵਾਲ ਸੀ ਵੀ ਜੋ ਕੁਝ ਇਹ ਗੋਸ਼ਟੀ ਵਿੱਚ ਸਾਨੂੰ ਕਹਿ ਰਹੇ ਨੇ ਕਿ ਇਹਨਾਂ ਦੀ ਸੁਰਤ ਦੀ ਅਵਸਥਾ ਜਾਂ ਇਹਨਾਂ ਦਾ ਆਤਮਿਕ ਜੀਵਨ ਇੰਨਾ ਉੱਚਾ ਹੈ, ਇਸੇ ਕਰਕੇ ਉਹਨਾਂ ਖੱਪਰ ਦਿੱਤਾ। ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉੱਠ ਚਾਲਾ। ਬਾਬਾ ਆਇਆ ਪਾਣੀਐ। ਜਦੋਂ ਮਹਾਰਾਜ ਪਾਣੀ ਦੇ ਕੋਲ ਗਏ ਤੇ ਕੀ ਹੋਇਆ ਜੀ, ਡਿੱਠੇ ਰਤਨ ਜਿਵੇਂ ਹਰਲਾਲਾ। ਉੱਥੇ ਪਾਣੀ ਨਹੀਂ, ਸਿੱਧਾਂ ਕੋਲ ਅੰਦਰ ਦੀ ਸ਼ਕਤੀ ਹੈ। ਹੁਣ ਇਹ ਸ਼ਬਦ ਕਹਿ ਦੇਣਾ, ਸਹੀ ਕਹਿ ਦਿੰਦੇ ਆ, ਨਹੀਂ ਜੀ ਉਹ ਕਰਾਮਾਤਾਂ, ਇਹ ਜੀ ਇਹ ਕਰਾਮਾਤਾਂ ਨੇ ਫਲਾਣ। ਮੈਂ ਕੇਰੀ ਕਹਿਣਾ, ਚਲੋ ਗੁਰੂ ਘਰ 'ਚ ਨਾਟਕ ਚੇਟਕ ਕੀ ਇਹ ਕੁਕਾਜਾ ਕਿਆ ਹੈ, ਪਰ ਚੇਤੇ ਰੱਖਿਓ ਕਰਾਮਾਤਾਂ ਗੱਲਾਂ ਨਾਲ ਨਹੀਂ ਹੁੰਦੀਆਂ, ਅੰਦਰ ਦੀ ਸਿੱਧਤਾ ਵੀ ਸਾਧਨਾ ਨਾਲ ਹੀ ਮਿਲਦੀ ਹੁੰਦੀ ਹੈ। ਉਹ ਬੰਦਿਆਂ ਦੀ ਕਮਾਈ ਜ਼ਰੂਰ ਹੈ। ਉੱਥੇ ਫਿਰ ਉਹ ਕਹਿੰਦੇ ਨੇ ਬਾਬਾ ਆਇਆ ਪਾਣੀਐ ਡਿੱਠੇ ਰਤਨ ਜਵੇਹਰ ਲਾਲਾ। ਅੱਗੇ ਭਾਈ ਸਾਹਿਬ ਜੀ ਨੇ ਆਪਣੇ ਕੋਲ ਇੱਕ ਤੁਕ ਲਿਖੀ ਹੈ ਸਤਿਗੁਰੂ ਦੇ ਅੰਦਰ ਦੀ ਅਵਸਥਾ ਦੀ। ਉਂਝ ਤਾਂ ਪਾਰਾਵਾਰ ਨਹੀਂ ਗੁਰੂ ਦਾ। ਉੱਥੇ ਫਿਰ ਭਾਈ ਸਾਹਿਬ ਕਹਿੰਦੇ ਸਤਿਗੁਰ ਅਗੰਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ। ਸਤਿਗੁਰੂ ਅਗੰਮ ਹੈ, ਅਪਹੁੰਚ ਹੈ, ਉਹਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ। ਕਹਿੰਦੇ ਦੁਨੀਆ ਦੀ ਕੀ ਤਾਕਤ ਉਹਦੀ ਸੁਰਤ ਨੂੰ, ਉਹਦੇ ਅੰਦਰ ਨੂੰ, ਇਸ ਪਦਾਰਥ ਵਿੱਚ, ਮਮਤਾ ਵਿੱਚ, ਮਾਇਆ ਵਿੱਚ, ਲਾਲਚ ਵਿੱਚ, ਮੋਹ ਵਿੱਚ ਕੋਈ ਡੁਲਾ ਸਕੇ। ਸਤਿਗੁਰ ਅਗੰਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ। ਕਿਸੇ ਕੋਲ ਇੰਨੀ ਤਾਕਤ ਨਹੀਂ ਕਿ ਗੁਰੂ ਨਾਨਕ ਸਾਹਿਬ ਦੇ ਅੰਦਰ ਦੀ ਝਾਲ ਚੱਲ ਸਕੇ। ਅੱਗੇ ਭਾਈ ਸਾਹਿਬ ਲਿਖਦੇ ਆ, ਫਿਰ ਆਇਆ ਗੁਰ ਨਾਥ ਜੀ। ਇਹਦਾ ਪਾਠ ਇਸ ਤਰ੍ਹਾਂ ਕਰਾਂਗੇ ਸੌਖਾ ਰਹੇਗਾ। ਫਿਰ ਆਇਆ, ਵਾਪਸ ਆ ਗਿਆ ਗੁਰੂ ਜੀ। ਨਾਥ ਜੀ ਪਾਣੀ ਠੌੜ ਨਹੀਂ ਉਸ ਤਾਲਾ, ਉੱਥੇ ਪਾਣੀ ਨਹੀਂ। ਅੱਗੇ ਫਿਰ ਭਾਈ ਸਾਹਿਬ ਨੇ ਜਿਹੜੇ ਸ਼ਬਦ ਲਿਖੇ ਨੇ ਉਹ ਕਹਿੰਦੇ ਨੇ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਮੈਂ ਇਹ ਕਿਉਂ ਆਪ ਨੂੰ ਬੇਨਤੀ ਕੀਤੀ, ਇਸ ਕਰਕੇ ਕੀਤੀ, ਕਈ ਵਾਰੀ ਬੰਦਾ ਕਹਿ ਦਿੰਦਾ ਮੈਂ ਮਾਇਆ ਤਿਆਗ ਦਿੱਤੀ, ਮੈਂ ਇਹ ਮੋਹ ਤਿਆਗ ਦਿੱਤਾ, ਅਸੀਂ ਆਹ ਤਿਆਗ ਦਿੱਤਾ, ਆਹ ਤਿਆਗ ਦਿੱਤਾ। ਤੇ ਪਿਆਰਿਓ ਥੋੜੀ ਜਿਹੀ ਝਲਕ ਵੱਜਦੀ ਏ, ਇੱਕ ਖਿੰਦ ਦੇ ਵਿੱਚ ਈਮਾਨ ਵਿਕ ਜਾਂਦਾ ਹੈ। ਮੇਰੇ ਬਾਬੇ ਨੇ ਜੇ ਕਿਹਾ ਨਾ ਕਿ ਮੈਂ ਨਿਰਲੇਪ ਰਹਿਣਾ, ਉਹਨਾਂ ਨੇ ਫਿਰ ਯਤਨ ਕੀਤਾ ਇਹਦੀ ਸੁਰਤ ਨੂੰ ਕਿਸੇ ਤਰੀਕੇ ਨਾਲ ਮੋਹ ਮਮਤਾ ਵਿੱਚ ਖਚਿਤ ਕੀਤਾ ਜਾਏ। ਪਰਮਾਤਮਾ ਦੀ ਐਸੀ ਖੇਡ ਵਾਪਰੀ ਕਿ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨੂੰ ਸ਼ਬਦ ਦੀ ਕਿਰਪਾ ਦੇ ਨਾਲ ਜਿੱਤ ਲਿਆ। ਮੈਂ ਆਪ ਨੂੰ ਬੇਨਤੀ ਜਿਹੜੀ ਇੱਕ ਹੋਰ ਕਰਨ ਲੱਗਾ, ਦੇਖੋ ਫਿਰ ਮੈਂ ਉਸੇ ਵਿਸ਼ੇ ਤੇ ਆਉਣਾ। ਜਿਹਨੇ ਅੰਦਰੋਂ ਤਿਆਗ ਦਿੱਤਾ ਉਹਦੀ ਵਿਆਖਿਆ ਲੋਕ ਆਪਣੇ ਢੰਗ ਨਾਲ ਕਰਦੇ। ਇੱਕ ਬਾਬਾ ਸਾਹਿਬ ਦਾ ਬਚਨ ਹੈ ਫਰੀਦ ਜੀ ਦਾ, ਉਹ ਹੈ ਕਲਰ ਕੇਰੀ ਛਪੜੀ ਆਏ ਉਲੱਥੇ ਖੰਜ ਚਿੰਜੂ ਬੋੜੈ ਨਾ ਪੀਵੈ
ਉੱਡਣ ਸੰਧੀ ਡੰਜ। ਆਪ ਸਭ ਨੂੰ ਪਤਾ ਹੈ ਬਾਬਾ ਸਾਹਿਬ ਦੇ 4 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਰਾਗ ਆਸਾ ਤੇ ਰਾਗ ਸੂਈ 'ਚ। ਬਾਬਾ ਸਾਹਿਬ ਜੀ ਦੇ ਸ਼ਲੋਕ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਉਂਝ ਸਤਿਗੁਰਾਂ ਨੇ ਇੱਕ ਬਖਸ਼ਿਸ਼ ਕੀਤੀ, ਬੜੀ ਖੁੱਲ੍ਹ ਦਿਲੀ ਵਰਤੀ, ਧੱਕੇ ਨਾਲ ਕਿਸੇ ਨੂੰ ਆਪਣਾ ਨਾਮ ਨਹੀਂ ਥੋਪਿਆ। ਜਿਵੇਂ ਅਸੀਂ ਸਾਰੇ ਕਹਿੰਦੇ ਹਾਂ ਨਾ ਜੀ 15 ਭਗਤ, ਕੋਈ ਸ਼ੱਕ ਨਹੀਂ, ਪਰ ਬਾਬਾ ਫਰੀਦ ਸਾਹਿਬ ਜੀ ਦੇ ਜਿਹੜੇ 3 ਸਰਲੇਖ ਨੇ, ਆਸਾ ਰਾਗ ਸੂਈ ਰਾਗ ਤੇ ਸ਼ਲੋਕ, ਉਹਦੇ ਉੱਤੇ ਫਰੀਦ ਜੀ ਦੇ ਨਾਮ ਨਾਲ ਬਿਲਕੁਲ ਭਗਤ ਸ਼ਬਦ ਨਹੀਂ ਵਰਤਿਆ। ਗੁਰੂ ਨਾਨਕ ਸਾਹਿਬ ਦੀ ਜੋਤ ਨੇ ਸ਼ਬਦ ਸ਼ੇਖ ਹੀ ਵਰਤਿਆ ਹੈ। ਇਹ ਨਹੀਂ ਕਿਹਾ ਵੀ ਇੱਥੇ ਬਾਕੀ ਸਾਰੇ ਭਗਤ। ਹਾਲਾਂਕਿ ਭਗਤ ਦੀ ਸਭ ਤੋਂ ਪਹਿਲੀ ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ ਸਭ ਤੋਂ ਪਹਿਲਾਂ ਪਰਿਭਾਸ਼ਾ ਫਰੀਦ ਨੇ ਨਿਰਧਾਰਿਤ ਕੀਤੀ, ਬਾਬਾ ਫਰੀਦ ਜੀ ਨੇ। ਮਤ ਖੁੰਦੀ ਹੋਏ ਇਆਣਾ, ਤਾਣ ਖੁੰਦਾ ਹੋਏ ਨਿਤਾਣਾ, ਅਣ ਖੁੰਦਾ ਆਪ ਵੰਡਾਏ ਕੋਈ, ਐਸਾ ਭਗਤ ਸਦਾ ਹੈ। ਕੋਈ ਇਹੋ ਜਿਹੀ ਭਗਤੀ ਕਰਨ ਵਾਲਾ। ਤੇ ਉਹਨਾਂ ਨੇ ਇਬਾਦਤ ਬਹੁਤ ਕੀਤੀ। ਖਵਾਜਾ ਬਖਤਿਆਰ ਕਾਕੀ ਸਾਹਿਬ ਉਹਨਾਂ ਦੇ ਮੁਰਸ਼ਦ ਨੇ। ਚਲੋ ਥੋੜੀ ਜਿਹੀ ਮੈਂ ਬੇਨਤੀ ਕਰ ਜਾਵਾਂ। ਹਜ਼ਰਤ ਨਿਜ਼ਾਮੁਦੀਨ ਔਲੀਆ ਉਹਨਾਂ ਤੋਂ ਬਾਅਦ ਨੇ। ਉਹਨਾਂ ਦੇ ਜੀਵਨ ਵਿੱਚ ਦਾਸ ਨੇ ਪੜ੍ਹਿਆ ਕਿ ਇੱਕ ਦਿਨ ਹਜ਼ਰਤ ਨਿਜ਼ਾਮੁਦੀਨ ਔਲੀਆ ਸਾਹਿਬ ਪਾਸ ਬੈਠੇ ਹੋਏ ਕੁਛ ਸੱਜਣ, ਉਹਨਾਂ ਕਿਹਾ ਜੀ ਤੁਸੀਂ ਫਰੀਦ ਦੇ ਇੰਨੇ ਨਜ਼ਦੀਕ ਸੀ, ਬਾਬਾ ਫਰੀਦ ਸਾਹਿਬ ਦੇ, ਉਹਨਾਂ ਦੇ ਜੀਵਨ ਦੀ ਕੋਈ ਘਟਨਾ ਸਾਨੂੰ ਦੱਸੋ। ਉਹਨਾਂ ਨੇ ਇੱਕ ਗੱਲ ਬੜੀ ਪਿਆਰੀ ਕਹੀ। ਕਹਿੰਦੇ ਨੇ ਇੱਕ ਰਾਤ ਉਹ ਆਪਣੇ ਹੁਜ਼ਰੇ ਵਿੱਚ ਸਨ ਤੇ ਮੈਂ ਬਾਹਰ ਸਾਂ। ਕਹਿੰਦਾ ਹੈ ਕਿ ਮੇਰੇ ਕੰਨਾਂ ਵਿੱਚ ਇੱਕ ਆਵਾਜ਼ ਪਈ। ਆਵਾਜ਼ ਵਿੱਚ ਦਰਦ ਸੀ। ਅੰਦਰ ਛੋਟਾ ਜਿਹਾ ਦੀਵਾ ਬਲ ਰਿਹਾ ਸੀ। ਦਰਵਾਜ਼ੇ ਦੀ ਝੀਤ ਵਿੱਚੋਂ ਮੈਂ ਨਜ਼ਰ ਮਾਰੀ ਕਿ ਦੇਖਿਆ ਕਿ ਬਾਬਾ ਫਰੀਦ ਸਾਹਿਬ ਕਿੰਨੀ ਰਾਤ ਗਈ ਜ਼ਮੀਨ ਦੇ ਉੱਤੇ ਸਜਦਾ ਕਰਦੇ ਆ, ਫਿਰ ਦੋਨੋਂ ਹੱਥ ਦੁਆ ਦੇ ਵਿੱਚ ਫੈਲਾ ਦਿੰਦੇ ਨੇ। ਕਹਿੰਦੇ ਨੇ ਮੈਂ ਉਹਨਾਂ ਦੇ ਦਰਦ ਭਰੇ ਸ਼ਬਦ ਸੁਣੇ ਤੇ ਉਹਨੇ ਕਿਹਾ, ਇਹ ਸ਼ਬਦ ਸੀ, ਅਜ਼ ਬਹਿਰੇ ਤੂੰ ਮੀਰਮ ਜ਼ੇ ਬਰਾਏ ਤੂੰ ਜੀਅਮ, ਅਜ਼ ਬਹਿਰੇ ਤੂੰ ਮੀਰਮ ਜ਼ੇ ਬਰਾਏ ਤੂੰ ਜੀਅਮ। ਕਹਿੰਦਾ ਇੰਨੀ ਦਰਦ ਭਰੀ ਆਵਾਜ਼ 'ਚੋਂ ਬੋਲਦੇ ਸਨ ਤੇ ਇਹਦਾ ਮਤਲਬ ਸੀ, ਯਾ ਖੁਦਾ ਫਰੀਦ ਧਰਤੀ ਤੇ ਜੀਵੇ ਤੇ ਕੇਵਲ ਤੇਰੀ ਇਬਾਦਤ ਲਈ, ਤੇ ਜੇ ਫਰੀਦ ਮਰੇ ਤੇ ਤਾਂ ਵੀ ਕੇਵਲ ਤੇਰੀ ਇਬਾਦਤ ਵਿੱਚ ਹੀ। ਇੰਨੀ ਉਹ ਪਹੁੰਚੇ ਹੋਏ। ਕਹਿੰਦੇ ਨੇ ਮੈਂ ਉਹਨਾਂ ਦੇ ਕੋਲ ਗਿਆ, ਮੇਰੇ ਵੱਲ ਦੇਖਿਓ ਨੇ ਅੱਧੀ ਰਾਤ। ਕਹਿੰਦੇ ਨੇ ਮੰਗ ਜੋ ਕੁਛ ਮੰਗਣਾ ਹੈ। ਕਹਿੰਦਾ ਮੈਂ ਮੰਗ ਲਿਆ, ਪਰ ਕਹਿੰਦਾ ਅੱਜ ਮੈਂ ਸੋਚਣਾ ਜੇ ਮੈਂ ਕੁਝ ਹੋਰ ਮੰਗਦਾ। ਤੇ ਨਾਲ ਬੈਠਿਆਂ ਨੇ ਕਿਹਾ ਤੁਸੀਂ ਕੀ ਮੰਗਿਆ? ਕਹਿਣ ਲੱਗੇ ਮੈਂ ਇਹੀ ਮੰਗਿਆ ਕਿ ਬਾਬਾ ਸਾਹਿਬ ਤੋਂ ਮੈਨੂੰ ਡੋਲਣ ਤੋਂ ਬਚਾ ਲਿਆ ਜੇ, ਮੇਰਾ ਅੰਦਰ ਨਾ ਕਿਤੇ ਡੋਲ ਜਾਏ। ਤੇ ਕਹਿੰਦੇ ਮੰਗਣਾ ਕੀ ਚਾਹੁੰਦੇ ਸੀ? ਕਹਿੰਦੇ ਮੈਂ ਮੰਗਣਾ ਇਹ ਚਾਹੁੰਦਾ ਸਾਂ ਕਿ ਮੈਂ ਅੱਲਾ ਦੇ ਕੀਰਤਨ ਦੇ ਵਿੱਚ ਹੀ ਸਾਰੀ ਜ਼ਿੰਦਗੀ ਬਤੀਤ ਕਰਾਂ, ਉਹਦੇ ਕੀਰਤਨ ਵਿੱਚ ਹੀ ਸੰਸਾਰ ਤੋਂ ਕੂਚ ਕਰ ਜਾਵਾਂ। ਮੈਂ ਆਪ ਨੂੰ ਬੇਨਤੀ ਤਾਂ ਕਰ ਲੱਗਾ, ਐਸਾ ਦਰਵੇਸ਼ ਮਹਾਂਪੁਰਖ ਉਹ ਇਸ ਚੀਜ਼ ਦੀ ਵਿਆਖਿਆ ਕਰ ਰਹੇ ਨੇ ਕਿ ਜਿਨ੍ਹਾਂ ਨੇ ਸਭ ਕੁਝ ਤਿਆਗਿਆ ਹੈ, ਸੁਰਤ ਕਰਕੇ ਵਿਚਰਦੇ ਉਹ ਸੰਸਾਰ ਵਿੱਚ ਨੇ। ਸੰਸਾਰੀਆਂ ਦੀ ਤਰ੍ਹਾਂ ਉਹ ਕੰਮ ਕਰਦੇ ਆ, ਘਰਾਂ ਵਿੱਚ ਰਹਿੰਦੇ ਆ, ਗ੍ਰਸਤ ਵਿੱਚ ਰਹਿੰਦੇ ਆ। ਪਰ ਮੈਂ ਯਾਦ ਰੱਖਿਓ ਇਹ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਜਿਹੜੇ ਸੱਚਮੁੱਚ ਆਤਮਿਕ ਤੌਰ 'ਤੇ ਮੋਹ ਮਮਤਾ ਤੋਂ ਸੁਰਤ ਕਰਕੇ ਉੱਠ ਚੁੱਕੇ ਆ। ਉਹਨਾਂ ਲੋਕਾਂ ਦੀ ਨਹੀਂ ਜਿਹੜੇ ਪ੍ਰਵਿਰਤ ਨੇ। ਮੈਂ ਇਸ ਵਿੱਚ ਅੱਜ ਇੱਕ ਦੋ ਬੇਨਤੀ ਹੋਰ ਵੀ ਕਰਾਂਗਾ, ਕਿਉਂਕਿ ਬੜੇ ਕਮਾਈਆਂ ਵਾਲੇ ਹੋਏ ਸਿੱਖਾਂ ਵਿੱਚ ਪਹਿਲਾਂ ਵੀ ਸਨ, ਅੱਜ ਵੀ ਖੈਣ ਤੇ ਅਗਾਂਹ ਵੀ ਹੋਣਗੇ। ਪਰ ਆਪ ਘਰਾਂ 'ਚ ਬੈਠੇ ਸੁਣ ਰਹੇ ਹੋ। ਅਸਲ 'ਚ 1708 ਤੱਕ ਜਿਹੜੇ ਸਿੱਖ ਹੋਏ ਆ, ਗੁਰੂ ਗੋਬਿੰਦ ਸਿੰਘ ਜੀ ਤੱਕ, ਮੈਂ ਉਹਨਾਂ ਦੀ ਸਾਖੀ ਕੋਈ ਸਾਂਝੀ ਕਰਾਂ, ਆਪ ਐ ਧਿਆਨ ਨਾਲ ਸੁਣੋਗੇ। ਤੇ ਉਸ ਤੋਂ ਬਾਅਦ ਜਿੰਨੇ ਕਮਾਈਆਂ ਵਾਲੇ ਗੁਰਮੁਖ ਹੋਏ, ਮੈਨੂੰ ਬਖਸ਼ ਦਿਆ ਜੇ ਕਿਸੇ ਦੀ ਗੱਲ ਕਰਾਂਗੇ ਅੱਜ ਵੀ ਇੱਕੋ ਦਮ ਸਾਡੇ ਮਨ 'ਚ ਨਹੀਂ ਜੀ ਨਹੀਂ ਇਹ ਕਿਹੜੀ ਗੱਲ ਸ਼ੁਰੂ ਕਰ ਦਿੱਤੀ, ਸਿੱਖ ਤਾਂ ਸ਼ਬਦ ਦਾ ਪੁਜਾਰੀ ਹੈ ਜੀ, ਇਸ ਤਰ੍ਹਾਂ। ਮੈਨੂੰ ਇੰਝ ਮਹਿਸੂਸ ਹੁੰਦਾ ਕਿ ਬੰਦੇ ਦੀ ਈਗੋ ਜਿਉਂਦੇ ਜੀ ਇਹ ਬਰਦਾਸ਼ਤ ਨਹੀਂ ਕਰਦੀ ਕਿ ਵਰਤਮਾਨ ਵਿੱਚ ਮੇਰੇ ਤੋਂ ਵੀ ਅੱਗੇ ਕੋਈ ਹੈ।
ਇਹਦੀ ਪ੍ਰੋਬਲਮ ਹੈ इंसान ਦੀ। बाबा फरीद साहब ने यह बचन किया जिहड़ी मैं अज कर रहा अर्ज कि मोह ममता त्यागी का अर्थ की है। उन्हों का एक बचन है, कलर केरी छपड़ी आए उलथे खंज। हुण पहला दे अखरी अर्थ ने, फिर ये भाव अर्थ ने। कलर केरी छपड़ी, कलर दे पानी कलरा, जिथे जमीन कलरी आपनों पता है फसल नहीं होंदी, बीज भी साड़ देंदी। कहते ने कलर वाली छपड़ी है, कलर दे पानी वाली, जां कलरी मिट्टी विच पानी इकट्ठा हो जाए छपड़ी च, ते होया कि उस छपड़ी दे किनारे ते हंस आ उतरे ने। वाहिगुरू जी नूं ध्यान नाल सुनियो इस अर्थ नूं। कलर केरी छपड़ी आए उलथे खंज, हंज दा अर्थ है हंस। छपड़ी मैले पानी वाली, छपड़ी कलरे पानी वाली, आए उलथे खंज, ते मान सरोवर ते रहन वाले जिहड़े हंस ने वो अज कलरी छपड़ी दे किनारे आके उतर गए जां आके बैठ गए। अगे चिंजू बोड़न, चिंजू दर ते चुंझ, बोड़न दर ते डोबना। वो कलर दी छपड़ी विच हंस जिहड़े ने अपनी चुंझ नूं उस मैले पानी विच डोब रहे ने। ते अगली सुख है उड्डण सदी, उड्डण संधी डंज। उन्हां दे अंदर दी तड़फ है कि इथों उड्डना, उड्डण संधी डंज। वो कलर केरी छपड़ी विच प्रवृत्त नहीं। ये फिर सुनियो, चिंजू बोड़न ना पीवें उड्डण संधी डंज, कि वो कलर दी छपड़ी च चुंझो ना पाई है। पर प्यारे वो पानी थोड़ा कलर दा पींदे है। ते उन्हां दे अंदर जिहड़ी भुख है जां उन्हां दी मंजिल है, वो उड़ के जिथों आए ने उत्थे पहुँचना उन्हां। हुण मैं ये श्लोक दे अखरी अर्थ कर दिते। इहदा भाव अर्थ की है? भाव अर्थ ये वे कि जिहड़े आप तरह महाराज ने अज कहा कि कहो नानक आपन तरह औरन लेत उधार। जिवें हंस मान सरोवर तो आके कलर दी छपड़ी ते बहिंदा है, चुंझ डोबदा है, पर उन्हें अपनी मंजिल नहीं भुली, मान सरोवर जाना मैं। सच ए वे संसार एक कलर दी छपड़ी है। बाबा फरीद साहब ये कह रहे। ते इसे संसार विच पीर पैगंबर औलीए महापुरख गुरमुख आउंदे आ, ते इसे कलर दी छपड़ी विच वो वरतदे आ। इनू सुनो फिर ध्यान नाल गुरमुखो, इसे विच वरतदे आ। जे चुंझ हंस ने छप्पड़ दे कलरी छपड़ी विच डोब दिती ते लोग ये व्याख्या कर ला छड्डो कादा हंस होए, ये तो कलर दी छपड़ी ते बैठा सी जी। वो फरीद कहंदा लोको जे कलर दी छपड़ी ते आया, चुंझ डोबी है, ये पानी पीन नहीं आया, तुहाडी तरह वासना रूपी कलरी छपड़ी विच अपने आप नूं प्रवृत्त कर नहीं आया। ये अंदर दी भुख ये करतार दे देश नूं जाना चाहता है। यदी गलत व्याख्या मत करो। हो सकता है इस कलरी छपड़ी दे कोलों किते कीमती मोती उगल के चला जाए। सच ये वे कि कलरी खेती दे जां छपड़ी में शब्द वरतां, कलरी छपड़ी को लाया होया हंस ओदी चुंझ डुब्बी देख के वो कहंदे चिंजू बोड़न ना पीवें। वो रहिंदे संसारियां विच ने, पर उस वासना नूं धारण नहीं करदे पे। चुंझ ओदी पानी च डुब्बी है, पर कलरा पानी वो पी नहीं रहा। संत महापुरख गुरमुख सच ए वे वो हंस की तरह इस कलर की छपड़ी किनारे आउंदे आ। रहिंदे संसारी वासना वाले लोकां विच ही ने, पर प्रवृत्त नहीं हुंदे। उन्हां दी सुरत उडारी अपने प्रीतम दे देश नूं मारदी है। इस तो अगला श्लोक है। कई बारी फिर लोग ओदी होर भी गलत व्याख्या करते हैं। अगला श्लोक है, हंस उडर कोदरे पाया। हंस कोदरे दे खेत च पै गया। लोग डांगा लैके आ गए, सोटे लैके आ गए, मारो। हंस उजाड़न लगा कोदरा। अगो बाबा साहब कहंदा मूर्खो टोलियो, तुहानूं पता होना चाहिए हंस मोती चुनदा, हंस कोदरा नहीं खांदा। क्यों मारन आए हो सकता है इस खेत विच किते मोती उगल के चला जाए। हंस उडर कोदरे पया, लोक बिडारन जाए, गहला लोक ना जानदा, हंस ना कोदरा खाए। ये दो बाबा साहब ने जिहड़े श्लोक है कलर केरी छपड़ी, एक दूजी उदाहरण कोदरे दी दिती। जिवें कलर दी छपड़ी मैली च किनारे हंस आउंदा, चुंझ डोबदा, पींदा नहीं।
ਆਤਮਦਰਸ਼ੀ ਗੁਰਮੁਖ ਪਿਆਰੇ ਇਸ ਵਾਸ਼ਨਾ ਦੇ ਸੰਸਾਰ ਵਿੱਚ ਹੀ ਜਨਮ ਲੈਂਦੇ ਆ, ਇਹਨਾਂ ਵਿੱਚ ਹੀ ਵਿਚਰਦੇ ਨੇ, ਇੱਥੇ ਕੂਚ ਕਰਦੇ ਨੇ, ਪਰ ਉਸ ਤਰ੍ਹਾਂ ਪ੍ਰਵਿਰਤ ਨਹੀਂ ਰਹਿੰਦੇ। ਦੂਸਰੀ ਗੱਲ, ਜਿਵੇਂ ਕੋਦਰੇ ਦਾ ਖੇਤ ਹੈ, ਉਹਨਾਂ ਦੀ ਖੁਰਾਕ ਖੋਦਰਾ ਨਹੀਂ, ਉਹ ਰਹਿੰਦੇ ਕੋਦਰੇ ਦੇ ਖੇਤ ਸੰਸਾਰ ਵਿੱਚ ਨੇ, ਪਰ ਉਹਨਾਂ ਦੀ ਜਿਹੜੀ ਖੁਰਾਕ ਹੈ ਸੱਚਮੁੱਚ ਉਹ ਮੋਤੀ ਚੁੰਨਾ, ਇਬਾਦਤ ਸਿਮਰਨ ਦਾ ਮੋਤੀ ਚੁੰਦੇ ਆ। ਮੈਂ ਆਪ ਨੂੰ ਇੱਕ ਬੇਨਤੀ ਕਰਾਂ, ਦਿੱਲੀ ਜਦੋਂ 57 ਵਿੱਚ ਗਦਰ ਹੋਇਆ, 1857 ਦੀ ਮੈਂ ਗੱਲ ਕਰ ਰਿਹਾ, ਉਸ ਵਕਤ ਮੈਂ ਸਿਰਫ ਅੱਜ ਇਸ ਬੇਨਤੀ ਕਰਕੇ ਵੀ ਐਸੇ ਹੋਏ ਆ, ਅੱਜ ਵੀ ਹਨ, ਜੇ ਮੇਰੀ ਐਨਕ ਕਾਲੇ ਰੰਗ ਦਾ ਸ਼ੀਸ਼ਾ ਹੈ ਤੇ ਹਰ ਚੀਜ਼ ਦੀ ਮੈਂ ਵਿਆਖਿਆ ਕਾਲੀ ਨਾ ਕਰਾਂ। ਕਦੀ ਕਾਲ ਨਹੀਂ ਪੈਂਦਾ ਇਬਾਦਤ ਵਾਲਿਆਂ ਦਾ। ਬਾਬਾ ਤੇਜਾ ਸਿੰਘ ਡਬਲ MA, ਬਾਬਾ ਅਤਰ ਸਿੰਘ ਮਸਤੂਆਣਿਆਂ ਦੀ ਸੰਗਤ ਕੀਤੀ ਜੀ ਨਾ, ਉਹ ਇੱਕ ਗੱਲ ਕਹਿੰਦੇ ਹੁੰਦੇ ਸਨ, ਪੜ੍ਹੇ ਲਿਖੇ ਸੱਜਣ ਤੁਸੀਂ ਸੁਣ ਰਹੇ ਹੋ, ਉਹ ਕਹਿੰਦੇ ਸਨ ਇੱਕ ਪ੍ਰੋਫੈਸਰ, ਇੱਕ ਲੈਕਚਰਰ, ਇੱਕ ਟੀਚਰ ਕਲਾਸ ਵਿੱਚ ਬੈਠਾ ਹੋਵੇ, ਵਿਦਿਆਰਥੀ ਉਹਦੇ ਬੈਠੇ ਹੋਣ, ਬਾਹਰੋਂ ਆਇਆ ਇੱਕ ਬੰਦਾ ਕਲਾਸਰੂਮ ਵਿੱਚ ਖਲੋ ਕੇ ਇਹ ਕਹਿ ਦੇ ਵੀ ਇਸ ਕਲਾਸ ਦੇ ਸਾਰੇ ਵਿਦਿਆਰਥੀ ਨਲਾਇਕ, ਇਸ ਕਲਾਸ ਦੇ ਸਾਰੇ ਬੱਚੇ ਨਲਾਇਕ, ਜ਼ਾਹਿਲ। ਕਹਿੰਦੇ ਹੋ ਸਕਦਾ ਨਿਆਣੇ ਤਾਂ ਚੰਚਲ ਚਾਹੀ ਤਾਂ ਹੱਸ ਪੈ ਚੁੱਪ ਕਰ ਜਾਣ, ਪਰ ਮਾਸਟਰ, ਲੈਕਚਰਰ ਤੇ ਟੀਚਰ ਦੇ ਪੱਲੇ ਕੁਝ ਨਹੀਂ ਜੇ ਰਹਿੰਦਾ ਕਿ ਉਹ ਆਪਣੀ ਕਲਾਸ 'ਚ ਇੱਕ ਵਿਦਿਆਰਥੀ ਵੀ ਲਾਇਕ ਨਹੀਂ ਬਣਾ ਸਕਿਆ। ਟੀਚਰ ਤੇ ਕੀ ਬੀਤੇਗੀ ਕਿ ਮੇਰੀ ਲਿਆਕਤ ਕਾਦੀ। ਉਹ ਕਹਿੰਦੇ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇਹ ਕਹਿੰਦੇ ਅੱਜ ਕੋਈ ਵੀ ਸਿੱਖ ਨਹੀਂ, ਕੋਈ ਵੀ ਗੁਰਮੁਖ ਨਹੀਂ, ਕਹਿਣ ਲੱਗੇ ਦੁਨੀਆਦਾਰ ਤਾਂ ਹੱਸ ਕੇ ਕਹਿਣਗੇ ਗੱਲਾਂ ਸੱਚੀਆਂ ਸੁਣਾਉਂਦਾ ਹੈ, ਪਰ ਕੀ ਗੁਰੂ ਗ੍ਰੰਥ ਸਾਹਿਬ 'ਚ ਇੰਨੀ ਸਮਰੱਥਾ ਨਹੀਂ ਕਿ ਉਹ ਵਰਤਮਾਨ ਵਿੱਚ ਇੱਕ ਕਮਾਈ ਵਾਲਾ ਪੈਦਾ ਕਰ ਸਕੇ। ਮੈਂ ਇਸ ਕਰਕੇ ਸੁਹਿਰਤਾ ਨਾਲ ਕਹਾਂਗਾ ਕਿ ਇਹਨੂੰ ਮਜ਼ਾਕ 'ਚ ਨਾ ਲਿਜਾਓ। ਗੁਰੂ ਦੀ ਬਖਸ਼ਿਸ਼ ਨੂੰ ਪਹਿਲਾਂ ਵੀ ਸਨ, ਅੱਜ ਵੀ ਕਹਿਣ, ਇਹ ਸ਼ਬਦ ਦੀ ਰੋਸ਼ਨੀ 'ਚ ਜੇ ਹਰ ਜੁਗ ਜੁਗ ਭਗਤੋਂ ਪਾਇਆ ਤੇ ਅਸੀਂ ਕਿਉਂ ਕਹਿਣ ਲੱਗ ਪੈਣੇ ਭਗਤ ਜੰਮਣੇ ਬੰਦ ਹੋ ਗਏ। ਗੁਰੂ ਰਾਮਦਾਸ ਕਹਿੰਦਾ ਹਰ ਯੁਗ 'ਚ ਹੋਇਆ। ਇਸ ਕਰਕੇ ਮੇਰੀ ਬੇਨਤੀ ਹੈ, ਇਹ ਘਟਨਾ ਉਦੋਂ ਦੀ ਕਿ ਜਿਨ੍ਹਾਂ ਦੀ ਸੁਰਤ ਜੁੜੀ ਹੈ ਬੜਾ ਮੁਸ਼ਕਲ ਕਹਿਣ ਨੂੰ। ਮੈਂ ਵੀ ਕਹਿ ਕੇ ਕਥਾ ਕਰਕੇ ਉੱਠ ਜਾਣਾ ਘੰਟੇ 'ਚ। ਦਿੱਲੀ 'ਚ 57 ਦੇ ਗਦਰ ਤੋਂ ਬਾਅਦ ਅੰਗਰੇਜ਼ਾਂ ਨੇ ਇਹ ਗੱਲ 24 ਘੰਟੇ ਜਾਂ 8 ਪਹਿਰ ਖੁੱਲ੍ਹ ਦੇ ਦਿੱਤੀ ਸਿਪਾਹੀਆਂ ਨੂੰ, ਜੋ ਕੋਈ ਮਰਜ਼ੀ ਲੁੱਟੇ, ਇੱਜ਼ਤ ਲੁੱਟੇ, ਪੈਸਾ ਲੁੱਟੇ, ਜੋ ਮਰਜ਼ੀ ਲੁੱਟੇ। ਮੈਂ ਕਈ ਵਾਰੀ ਇਹ ਬੇਨਤੀ ਕੀਤੀ ਵੀ ਹੈ, ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ। ਉਸ ਵਕਤ ਇੱਕ ਸਿਪਾਹੀ ਜਿਹੜਾ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਉਹਨੇ ਇਸ਼ਨਾਨ ਕਰਨਾ ਤੇ ਪਰਮਾਤਮਾ ਦਾ ਸਿਮਰਨ, ਉਹ ਚਿੰਤਨ ਕਰਨਾ, ਉਹਦੇ ਮਨ 'ਚ ਆਇਆ ਵੀ ਇੰਨਾ ਕੁਝ ਲੋਕ ਲੁੱਟਦੇ ਪਏ ਆ, ਮੇਰੀ ਤਾਂ ਸੁਰਤ ਹੈ ਹੀ ਨਹੀਂ। ਗੁਰੂ ਨਾਨਕ ਸਾਹਿਬ ਤਾਂ ਇਹ ਸ਼ਬਦ ਕਹਿੰਦੇ ਹੀ ਨਹੀਂ। ਉਹ ਸਵੇਰ ਦਾ ਆਪਣਾ ਨੇਮ ਨਿਭਾ ਕੇ ਜਦੋਂ ਬਾਜ਼ਾਰ ਵਿੱਚੋਂ ਗਲੀ 'ਚੋਂ ਲੰਘਿਆ, ਉਹਨੇ ਦੇਖਿਆ ਵੀ ਕੀ ਹੋ ਰਿਹਾ, ਲੁੱਟੇ ਜਾ ਰਹੇ ਸੀ, ਲੋਕਾਂ ਨੂੰ ਮਾਰਿਆ ਜਾ ਰਿਹਾ ਸੀ। ਉਹ ਇੱਕ ਘਰ ਅੱਗੋਂ ਲੰਘਿਆ, ਉਹਦਾ ਸਵਰੂਪ ਸਿੱਖਾਂ ਵਾਲਾ, ਸੋਹਣੀ ਦਸਤਾਰ, ਉਹਦੇ ਬੰਦੂਕ ਮੋਢੇ ਤੇ, ਪਿੱਛੇ ਉਹਦੀ ਕਿੱਟ, ਤੇ ਉਸ ਘਰ ਦੇ ਵਿੱਚ ਇੱਕ ਸਿਪਾਹੀ ਸੱਚਮੁੱਚ ਲੁਟੇਰਾ ਬਣ ਕੇ ਅੰਦਰ ਗਿਆ। ਉਹ ਘਰ ਸੀ ਮੁਸਲਮਾਨ ਸਜਦਾਂ ਦਾ। ਉਹ ਔਰਤਾਂ ਵੱਲ, ਦੌਲਤ ਵੱਲ ਜਦੋਂ ਵੱਧਦਾ ਹੈ ਪਿਆਰਿਓ, ਇਹ ਸਿੱਖ ਸਿਪਾਹੀ ਉਸ ਦਰਵਾਜ਼ੇ ਅੱਗੇ ਉਹਨੇ ਜਦੋਂ ਚੀਕਾਂ ਸੁਣੀਆਂ, ਇਹ ਉੱਥੇ ਖੜਾ ਹੋ ਗਿਆ। ਬਜ਼ੁਰਗ ਔਰਤ ਨੇ ਇਹ ਦੇਖਿਆ ਵੀ ਸਰਦਾਰ ਜੀ ਨੇ, ਸਿੱਖ ਹੀ ਕੋਈ, ਉਹਨੇ 2 ਸ਼ਬਦ ਕਹੇ। ਇਹ ਗੱਲ ਧਿਆਨ ਨਾਲ ਸੁਣਿਓ। ਉਹਨੇ ਕਿਹਾ, ਪਹਿਲਾ ਸ਼ਬਦ ਕਿਹਾ, ਸਿੱਖਾ ਤੈਨੂੰ ਖੁਦਾ ਦਾ ਵਾਸਤੇ ਸਾਡੀ ਪੱਤ ਬਚਾ ਦੇ। ਸਾਡੇ ਘਰ ਦੇ ਮਰਦ ਬਾਹਰ ਗਏ ਹੋਏ ਨੇ, ਘਰ ਕੋਈ ਨਹੀਂ, ਅਸੀਂ ਸਿਰਫ ਔਰਤਾਂ ਹਾਂ। ਪਹਿਲਾ ਸ਼ਬਦ ਉਹਨੇ ਕਿਹਾ ਖੁਦਾ ਦੇ ਵਾਸਤੇ। ਦੂਜਾ ਸ਼ਬਦ ਕਿਹਾ ਗੁਰੂ ਨਾਨਕ ਦਾ ਵਾਸਤਾ ਹੀ ਸਾਡੀ ਪੱਤ ਬਚਾ ਦੇ। ਪਿਆਰਿਓ, ਭਜਨੀਕ ਪੁਰਸ਼, ਮੈਂ ਨਾ ਅੱਗੇ ਜ਼ਿਕਰ ਕਰਨਾ। ਉਹਨੇ ਇੱਕੋ ਦਮ ਅੰਦਰ ਵੜੇ, ਮੋਢੇ ਬੰਦੂਕ ਲਾਈ ਵਿੱਚ, ਕਾਰਤੂਸ ਪਾ ਕੇ, ਜਿਹੜਾ ਲੁੱਟ ਰਿਹਾ ਸੀ ਸਿਪਾਹੀ,
ਉਹਦੇ ਪੁੜਪੜੀ ਕੋਲ ਬੰਦੂਕ ਦੀ ਨਾਲ ਲਾ ਦਿੱਤੀ। ਖਬਰਦਾਰ। ਉਹਨੇ ਪਿੱਛੇ ਦੇਖਿਆ, ਜੀ ਤੁਸੀਂ ਕੌਣ? ਕਹਿੰਦਾ ਮੈਨੂੰ ਵੱਡੇ ਸਾਹਿਬ ਦਾ ਸੁਨੇਹਾ ਆ ਗਿਆ, ਇਸ ਘਰ ਨੂੰ ਤੂੰ ਲੁੱਟ ਨਹੀਂ ਸਕਦਾ। ਉਹ ਡਰ ਗਿਆ। ਉਹਦੇ ਸ਼ਬਦਾਂ 'ਚ, ਸਿਪਾਹੀ ਦੇ ਸ਼ਬਦਾਂ 'ਚ ਤਾਕਤ ਹੀ ਨਹੀਂ ਸੀ। ਉਹ ਛੱਡ ਕੇ ਚਲਾ ਗਿਆ। ਉਹਨਾਂ ਔਰਤਾਂ ਨੇ ਕਿਹਾ, ਤੇਰਾ ਧੰਨਵਾਦ। ਅੱਗੋਂ ਉੱਤਰ ਦਿੰਦਾ ਹੈ, ਤੁਸੀਂ ਅੰਦਰ ਚਲੇ ਜਾਓ, ਜਿੰਨੀ ਦੇਰ ਤੱਕ ਤੁਹਾਡੇ ਘਰ ਦੇ ਮਰਦ ਨਹੀਂ ਆਉਂਦੇ ਉਨੀ ਦੇਰ ਤੱਕ ਮੈਂ ਦਰਵਾਜ਼ੇ 'ਚ ਖਲੋ ਕੇ ਸਾਰੀ ਰਾਤ ਪਹਿਰਾ ਦਿਆਂਗਾ, ਤੁਸੀਂ ਬੇਫਿਕਰ ਰਹੋ। ਨਾਲ ਅੱਖਾਂ ਭਰ ਕੇ ਕਹਿੰਦੇ ਆ, ਤੁਸੀਂ ਮੇਰੇ ਗੁਰੂ ਨਾਨਕ ਦਾ ਵਾਸਤਾ ਪਾਇਆ। ਔਰਤਾਂ ਅੰਦਰ ਚਲੇ ਗਈਆਂ। ਉਹ ਸਿਪਾਹੀ ਸਾਰੀ ਰਾਤ ਖਲੋਤਾ, ਇਬਾਦਤ, ਬੰਦਗੀ, ਸਿਮਰਨ, ਗੁਰੂ ਗੁਰੂ ਜਪਦਾ ਰਿਹਾ। ਜਿਹੜੀ ਮੈਂ ਆਪ ਨੂੰ ਰੋਜ਼ ਬੇਨਤੀ ਕਰ ਰਿਹਾ, ਗੁਰਮੁਖੋ, ਬੜਾ ਕੀਮਤੀ ਸਮਾਂ ਜੇ, ਨਹੀਂ ਲੱਭਣਾ ਦੁਬਾਰਾ। ਹੱਲਾ ਮਾਰੋ। ਹੋ ਸਕਦਾ ਇਹਨਾਂ ਦਿਨਾਂ 'ਚ ਘਰ ਬੈਠਿਆਂ ਅੰਦਰ ਦਾ ਘਰ ਪੜਚੋਲਣ ਦੀ ਜਾਂਚ ਆ ਜਾਏ। ਸਾਰੀ ਰਾਤ ਬਾਣੀ ਪੜ੍ਹਦਾ ਰਿਹਾ। ਦੂਜੇ ਦਿਨ ਜਦੋਂ ਠੰਡ ਠੰਡੋਲਾ ਹੋ ਗਿਆ, ਉਸ ਵਕਤ ਘਰ ਦੇ ਮਰਦ ਆਏ, ਇਹਨੂੰ ਘਰ ਲੈ ਗਏ। ਤੇ ਇਸ ਤਰ੍ਹਾਂ ਉਹਨਾਂ ਦੀਆਂ ਬੀਬੀਆਂ ਤ੍ਰੀਮਤਾਂ, ਉਹਨਾਂ ਨੇ ਚਿਹਰੇ ਤੋਂ ਆਪਣੇ ਜਿਹੜੇ ਹਜ਼ਾਬ ਸਨ ਬੁਰਕਾ ਹਟਾ ਦਿੱਤੇ। ਜਿਵੇਂ ਕੋਈ ਭਰਾ, ਜਿਵੇਂ ਕੋਈ ਪਿਓ, ਜਿਵੇਂ ਕੋਈ ਵੀਰ, ਕੋਈ ਪੁੱਤਰ ਕੋਲ ਬੈਠਾ ਹੁੰਦਾ। ਘਰ ਦੇ ਮਰਦ ਨੇ ਆਪਸ 'ਚ ਗੱਲਬਾਤ ਕੀਤੀ, ਧੰਨਵਾਦ ਕੀਤਾ ਸਿੱਖ ਦਾ। ਪਿਆਰਿਓ, ਫਿਰ ਅੰਦਰ ਚਲੇ ਗਏ। ਕੁਸਰ ਮੁਸਰ ਦੀ ਆਵਾਜ਼ ਆਈ। ਇੱਕ ਪਲੇਟ ਭਰ ਕੇ ਦੌਲਤ ਦੀ, ਮੋਤੀਆਂ ਦੀ। ਤੇ ਉਸ ਵਕਤ ਘਰ ਦਾ ਉਹ ਮਰਦ ਕਹਿੰਦਾ, ਸੈਦ ਸਨ ਕਿ ਤੂੰ ਸਾਡੀ ਬੜੀ ਮਦਦ ਕੀਤੀ, ਤੂੰ ਨਾ ਹੁੰਦਾ ਸਾਡੀ ਇੱਜ਼ਤ ਕਿੱਥੇ ਸੀ? ਅਸੀਂ ਸੋਨਾ ਚਾਂਦੀ ਮੋਹਰਾਂ ਤੈਨੂੰ ਦੇਣੀਆਂ ਚਾਹੁੰਦੇ ਹਾਂ। ਉਸ ਸਿੱਖ ਦੇ ਨੇਤਰ ਭਿੱਜ ਗਏ। ਮੈਂ ਕਹਿੰਦਾ, ਆ ਜੇ ਸੁਰਤ ਜਿਹਨੇ ਤਾਜੀ ਦਿੱਤਾ। ਇੰਨੇ ਵੱਡੇ, ਜਿੱਥੇ ਹਰ ਸਿਪਾਹੀ ਲੁੱਟ ਰਿਹਾ ਸੀ, ਜਦੋਂ ਨਾ ਕਿਹਾ ਵੀ ਆ ਤੇਰਾ ਇਨਾਮ ਹੈ, ਸ਼ੁਕਰ ਕਰਨੇ ਆ ਤੇਰਾ, ਉਹਨਾਂ ਜਿਹੜੇ ਉੱਤਰ ਦਿੱਤੇ ਸੁਣਨ ਵਾਲਾ ਹੈ। ਕਹਿੰਦਾ, ਸੈਦ ਸਾਹਿਬ ਜੀ, ਮੈਂ ਗੁਰੂ ਨਾਨਕ ਦੀ ਸਿੱਖੀ ਦਾ ਵਾਸਤਾ ਵੇਚਣ ਵਾਸਤੇ ਨਹੀਂ ਆਇਆ। ਦੂਜੀ ਗੱਲ, ਮੈਂ ਸਿੱਖ ਹਾਂ, ਇਹ ਮੇਰਾ ਫਰਜ਼ ਹੈ। ਜਿਵੇਂ ਅੱਜ ਅਸੀਂ ਦੇਖਦੇ ਹਾਂ, ਮੈਂ ਫਿਰਕਾ ਪ੍ਰਸਤੀ ਦੀ ਗੱਲ ਨਹੀਂ ਕਰ ਰਿਹਾ। ਯਾਦ ਰੱਖਿਓ, ਅੱਗੇ ਅਸੀਂ ਨਿਸ਼ਾਨ ਸਾਹਿਬ ਦੀ ਵਿਆਖਿਆ ਕਰਦੇ ਸਾਂ ਕਿ ਜਿੱਥੇ ਨਿਸ਼ਾਨ ਝੁਲਦਾ, ਇਹ ਕਹਿੰਦਾ ਤੈਨੂੰ ਰੋਟੀ ਨਹੀਂ ਮਿਲੀ, ਮੇਰੇ ਕੋਲ ਆ ਜਾ। ਤੈਨੂੰ ਕਮਰਾ ਨਹੀਂ ਮਿਲਿਆ, ਮੇਰੇ ਕੋਲ ਆ ਜਾ। ਤੇਰੇ ਕੋਲ ਦਵਾਈ ਲਈ ਪੈਸੇ ਨਹੀਂ, ਕਿਰਾਏ ਲਈ ਪੈਸੇ ਨਹੀਂ, ਤੂੰ ਮੇਰੇ ਕੋਲ ਆ ਜਾ। ਸੱਚੀ ਮੁੱਚੀ ਅੱਜ ਉਹਦੀ ਪ੍ਰੈਕਟੀਕਲ ਏਡੀ ਵੱਡੀ ਵਿਆਖਿਆ ਹੋ ਰਹੀ ਹੈ। ਜਿਹਨੂੰ ਕਿਤੇ ਰੋਟੀ ਨਹੀਂ ਮਿਲਦੀ, ਉਹ ਨਿਸ਼ਾਨ ਸਾਹਿਬ ਦੇਖ ਕੇ ਉੱਥੇ ਤੁਰਿਆ ਹੁੰਦਾ ਹੈ। ਉਹਨੇ ਕਿਹਾ, ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖ ਹਾਂ, ਮੈਂ ਵਾਸਤਾ ਵੇਚਣ ਨਹੀਂ ਆਇਆ, ਮੈਨੂੰ ਇਹ ਚਾਹੀਦਾ ਨਹੀਂ, ਨਾਲੇ ਇਹ ਮੇਰਾ ਫਰਜ਼ ਸੀ, ਇਹ ਮੇਰੇ ਗੁਰੂ ਨੇ ਸਿਖਾਇਆ। ਕਹਿੰਦੇ ਨੇ ਉਸ ਵਕਤ ਉਸ ਸੈਦ ਦੇ ਸਾਰਾ ਪਰਿਵਾਰ, ਬੱਚੀਆਂ ਜਾਓ, ਬੇਟੀਆਂ, ਨੂੰਹਾਂ, ਉਹਦੇ ਘਰੋਂ ਬੇਗਮ, ਸਾਰਿਆਂ ਦੀਆਂ ਅੱਖਾਂ 'ਚ ਪਾਣੀ ਵਗ ਰਿਹਾ ਸੀ। ਉਹ ਪੁੱਛਦਾ, ਸਰਦਾਰ ਜੀ ਆਪਕਾ ਨਾਮ ਕਿਆ ਹੈ? ਅੱਗੋਂ ਕਹਿੰਦੇ ਆ, ਮੇਰਾ ਨਾਮ ਕਰਮ ਸਿੰਘ ਹੈ। ਇਹ ਸਨ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ। ਮੇਰਾ ਨਾਮ ਕਰਮ ਸਿੰਘ ਹੈ। ਸੁਣ ਕੇ ਕਹਿੰਦੇ ਆ, ਅੱਲਾ ਦਾ ਤੇਰੇ ਉੱਪਰ ਕਰਮ ਰਹੇ, ਸਾਡੀ ਦੁਆ ਹੈ। ਹੱਸ ਕੇ ਕਹਿੰਦੇ, ਹਾਂ ਇਹ ਦੁਆ ਦਿਓ, ਮੇਰੀ ਸੁਰਤ ਕਦੀ ਇੰਨੇ ਲਾਲਚ ਵਿੱਚ ਡੋਲੇ ਨਾ, ਜਿਵੇਂ ਅੱਜ ਗੁਰੂ ਨੇ ਮੈਨੂੰ ਸ਼ਬਾਬ ਤੋਂ, ਦੌਲਤ ਤੋਂ ਬਚਾ ਲਿਆ ਹੈ। ਮੇਰੀ ਸੁਰਤ ਕਿਤੇ ਖਿੰਡ ਨਾ ਜਾਏ। ਵਾਪਸ ਗਏ ਘਰ ਨੂੰ। ਮੈਂ ਆਪ ਥੋੜ੍ਹੀ ਜਿਹੀ ਇਸ ਕਰਕੇ, ਕਿਉਂਕਿ ਜਿਵੇਂ ਆਪ ਸੰਗਤ ਕਹਿੰਦੇ ਸੋ ਵੀ ਕੋਈ ਨਾ ਕੋਈ ਘਟਨਾ ਦਾ ਜ਼ਿਕਰ ਕਰਿਆ ਕਰੋ। ਘਰ ਗਏ। ਸਾਰੇ ਜੀਆਂ ਦੀ ਬਿਰਤੀ ਇੱਕੋ ਜਿਹੀ ਨਹੀਂ ਹੁੰਦੀ। ਕਰ ਗਏ, ਪਿੱਛੇ ਕੱਪੜੇ ਸਨ, ਬੰਦੂਕ ਸੀ। ਮਾਂ ਨੇ ਪੁੱਛਿਆ, 3 ਮਹੀਨੇ ਦੀ ਤਨਖਾਹ ਦੇ ਪੈਸੇ ਰੱਖ ਦਿੱਤੇ ਤਲੀ ਤੇ। ਕਹਿੰਦੀ, ਵੇ ਕਰਮ ਸਿਆ, ਇੱਥੇ ਤਾਂ ਸੁਣਿਆ ਸੀ ਇੰਨੀ ਗੰਗਾ ਵਗਦੀ ਪਈ ਸੀ, ਤੂੰ ਕੀ ਲਿਆਇਆ? ਉਹਨਾਂ ਦੀ ਇੱਛਾ ਸੀ ਵੀ ਬਾਕੀ ਸਿਪਾਹੀ ਲੁੱਟ ਲੱਟ ਕੇ ਲਿਆਏ, ਵੀ ਕੁਛ ਲਿਆ ਹੁਣ। ਕੱਪੜੇ ਵਿੱਚੋਂ ਵੇਖੇ ਕੱਪੜੇ ਧੋਣ ਵਾਲੇ। ਕਹਿੰਦੀ, ਵੇ ਤੂੰ ਕੀ ਲੈ ਕੇ ਆਇਆ? ਮਾਂ ਕੋਲ ਜੋ ਕੇ ਕਹਿੰਦੇ, ਮਾਂ ਤੇਰੇ ਦੁੱਧ ਨੂੰ ਦਾਗ ਨਹੀਂ ਲੱਗਣ ਦਿੱਤਾ, ਦੂਜਾ ਮੈਂ ਗੁਰੂ ਨਾਨਕ ਦਾ ਵਾਸਤਾ
ਉਹਦੀ ਸੇਵਾ ਕਰਕੇ ਆਇਆ। मैं सिक्खी बचा के ले आया, मैं गुरु नानक दे घर दी सुरत नूं बचा के ले आया। मैं आप नूं बेनती करा, ये जो गुरु ने कहा ऐसा है पहला भी सी। हजूर सच्चे पातशाह कहंदे आ कि जिसने अपने अंदरों इस चीज़ नूं त्याग दिता, देखो मैं घटना तां कि वो सुरत नहीं खिंडी उदों। ये सतगुरु मेहर करे तां है, गल्लां नाल नहीं। इत्थे पता नहीं बंदे दा अंदर कदों डोल जाना है। गुरु तेग बहादुर कहंदे ने, गल ध्यान नाल सुनो दुनिया दे लोगो, जो प्राणी ममता तजै, बिल्कुल अपनत है ही नहीं, ना लालच ना मोह ना अहंकार। जो प्राणी ममता तजै, लोभ मोह अहंकार, उन्हें इस चीज़ नूं त्याग दिता। हजूर कहंदे ने, कहो नानक आपन तरੈ, वो आप तरद ही तरद है। मन्नै पावै मोख द्वार, मन्नै पर वारै साधार, मन्नै तरे तारै गुर सिख, मन्नै नानक भवै ना भिख। कहो नानक आपन तरੈ औरन लेत उधार, वो आप तरद है, दूजिਆਂ ਨੂੰ ਤਾਰਦਾ है। महाराज जी दी मैं चलो पौड़ी पढ़ी, मन्नै पावै मोख द्वार, आप तरद है दूजे तारद है। मन्नै पर वारै साधार, मन्नै तरै तारे गुरसिख, मन्नै नानक भवै ना भिख। ऐसा नाम निरंजन होए, जे को मन जाने मन कोई। गुरमुख कोट उधारदा भाई। ओ गुरमुखो, एक दो दी गल करने, हाँ इस कोई शक नहीं। दूजा पक्ष है, मैं आपनू पहला भी कहा, जे 22 मंजियां ला के पखंडी बैठे सन ना, एक कमाई वाला भी किते बैठा है। 22 पिछे एक कमाई वाली नूं रगड़ के रख दिओ। हजूर ने कहा, गुरमुख कोट उधारदा भाई, गुरमुख करोड़ां दा उधार करदा है। दे नाम है एक कणी। भाई गुरदास साहब कहंदे ने कि बलिहारी तिन्ना गुरसिखां, आप तरे तरेन सरीठां। कहो नानक आपन तरੈ, आप तरे तरेन सरीठा। सरीठा दर ते सृष्टि, आप तां तरदा सच एवे। इहो जिहा पवित्र जीवन वाला होरनां नूं भी तारदा है। बलिहारी तिन्ना गुरसिखां, आप तरे तरेन सरीठां। गुरसिख मिलिया पाप पनिठा, उहदी संगत कीतियां पाप अंदरों खत्म हो जाते हैं। इस विच सतगुरु गुरु तेग बहादुर साहब जी ने ये बख्शिश की कि जिसने अपने अंदरों मैं मेरी त्याग दी, छड़ दी। मैं अगे फिर आरंभ च क्या, करब नहीं छड्डिया, पकड़ छड़ दी। पकड़ छड़ दी। दाई बच्चों नूं जन्म दिवांदी है, आप सब नूं पता। चलो हुण तां नहीं, ये समझो भी नर्सां ने। दाई बच्चे नूं इशनान करांदी, बच्चे नूं जन्म दिवांदी है, पर चेते रखियो, वो सुरत करके हर बच्चे विच अपनी सुरत नूं खुब्बन नहीं देंदी। फर्ज अदा करदी है, पर सुरत मैली नहीं होण देंदी। इस तरह गुरु जी कहंदे आ, जिहड़ा प्राणी मैं मेरी नूं त्याग दिता, लालच नूं त्याग दिता, मोह नूं त्याग दिता, अहंकार नूं त्याग दिता, कहो नानक आपन तरੈ, वो आप तरद है। तो फिर सच एवे जिन्हें इनू त्याग दिता। तो गुरु साहब कहंदे आ, भाई आनंद लाल वो कहंदे आ, समुंदर दी तह तो लैके ते आसमान दी उचाई तक हर चीज़ दुनिया दी उहदे अगे हथ जोड़ के खड़ी हो जाती, जिहड़ा सुरत करके इन्ना उच्चा उठ जाता। भाई साहब नंद लाल जी दे बचन ने, गर बजुर्गी बाए दत्त कुन बंदगी। जे बजुर्गी चाहना, वडियाई चाहना, उच्ची सुच्ची सोच चाहना, तो रब की बंदगी कर। गर बजुर्गी बाए दत्त कुन बंदगी, वरना आखिर मेकशी शर्मंदगी। जे बंदगी ना कीती ते शर्मिंदगी पल्ले पैगी। शर्म कुन, हाँ शर्म कुन, हाँ शर्म कुन। वाह वाह। कहंदे मना पत्थर मना शर्म कर, शर्म कर, शर्म कर, शर्म कुन, हाँ शर्म कुन, हाँ शर्म कुन। ई दिले चू संग, आ जड़ा पत्थर बनया दिल है, खुदरा नरम कर, इबादत कर, नरम हो जाए। अगली गल सुनियो, कहने दौलते दौलत जावेद बाशद बंदगी। बंदगी कुन बंदगी कुन बंदगी। असली दौलत जड़ी है सदैव रहने वाली, वो बंदगी है। अगली गल जिहड़ी मैं अर्ज करनी चाहना,
ਉੱਥੇ ਉਹਨਾਂ ਸ਼ਬਦ ਵਰਤਿਆ, ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ। ਜਿਸ ਨੂੰ ਰੱਬ ਇਬਾਦਤ ਦਾ ਚੋਲਾ ਦੇ ਦੇ, ਇੱਥੇ ਬੰਦਗੀ ਦਾ ਚੋਲਾ ਕਹਿ ਰਿਹਾ, ਭੇਖ ਦਾ ਚੋਲਾ ਨਹੀਂ। ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਜਿਹਨੂੰ ਰੱਬ ਨੇ ਇਬਾਦਤ ਦਾ ਚੋਲਾ ਦੇ ਦਿੱਤਾ। ਦੌਲਤੇ ਅਜ਼ ਮਹਾ ਤਾਂ ਮਾਹੀ ਤੁਰਾਸਤ, ਜਿਹਨੂੰ ਰੱਬ ਨੇ ਬੰਦਗੀ ਦਾ ਚੋਲਾ ਦੇ ਦਿੱਤਾ। ਸਮੁੰਦਰ ਤੋਂ ਲੈ ਕੇ, ਮੱਛੀ ਤੋਂ ਲੈ ਕੇ, ਸਿੱਧੀ ਗੱਲ, ਦੌਲਤੇ ਅਜ਼ ਮਾਹੀ ਤਾਂ ਮਹਾ, ਦੌਲਤੇ ਅਜ਼ ਮਹਾ ਤਾਂ ਮਾਹੀ ਤੁਰਾਸਤ। ਸੱਚ ਇਹ ਵੀ ਸਮੁੰਦਰ ਦੀ ਗਹਿਰਾਈ ਤੋਂ ਲੈ ਕੇ ਚੰਦਰਮਾ ਤੱਕ, ਪਤਾਲ ਤੋਂ ਲੈ ਕੇ ਅਸਮਾਨ ਤੱਕ, ਹਰ ਚੀਜ਼ ਉਹਦੇ ਸਾਹਮਣੇ ਆ ਕੇ ਗੁਲਾਮ ਹੋ ਜਾਂਦੀ ਹੈ। ਮੈਂ ਆਪ ਨੂੰ ਬੇਨਤੀ ਕਰਾਂ, ਇੱਥੇ ਗੁਰੂ ਤੇਗ ਬਹਾਦਰ ਸਾਹਿਬ, ਮੈਂ ਬਿਲਕੁਲ ਅੱਜ ਲਾਲਚ ਦੀ ਮੋਹ ਦੀ ਵਿਆਖਿਆ ਨਹੀਂ ਕੀਤੀ, ਕਿਉਂਕਿ ਇੱਥੇ ਤਿਆਗ ਹੈ। ਤਿਆਗਨਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਤਿਆਗਨਾ। ਮਹਾਰਾਜ ਕਹਿ ਰਿਹਾ, ਭਾਈ ਸਿੱਖੋ, ਕਿ ਜਿਸ ਨੇ ਤਿਆਗ ਦਿੱਤੀ ਉਸ ਦੀ ਸੁਰਤ ਪਰਮਾਤਮਾ ਨੇ ਉੱਚੀ ਕਰ ਦਿੱਤੀ। ਬਾਕੀ ਅਗਲੇ ਸ਼ਲੋਕ ਦੀ ਵਿਆਖਿਆ ਆਪਾਂ ਕੱਲ੍ਹ ਨੂੰ ਕਰਾਂਗੇ। ਮੇਰੇ ਤੋਂ ਬੋਲਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ। ਸਾਧ ਸੰਗਤ ਜੀ, ਆਪ ਜੀ ਨੇ ਕਿਰਪਾ ਕਰਕੇ ਬਖਸ਼ ਦੇਣਾ।